ਨਮਸਕਾਰ, ਸਤਿ ਸ੍ਰੀ ਅਕਾਲ। ਮੈਂ ਹਾਂ ਸੁਰਿੰਦਰ ਸਿੰਘ ਤੇ ਤੁਸੀਂ ਵੇਖ ਰਹੇ ਹੋ ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਕਰਾਂਗੇ ਕਿਸਾਨਾਂ ਦੀ, ਕਿਉਂਕਿ ਕੇਂਦਰ ਸਰਕਾਰ ਨੇ ਹਾੜੀ ਦੀਆਂ 6 ਫਸਲਾਂ ਤੇ MSP ਦੇ ਵਿੱਚ ਵਾਧਾ ਕੀਤਾ ਤੇ ਕਿਸਾਨਾਂ ਨੂੰ ਦੀਵਾਲੀ ਦਾ ਇੱਕ ਵੱਡਾ ਤੋਹਫਾ ਦਿੱਤਾ। ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਨੇ ਪਰਾਲੀ ਸਾੜਨ ਤੋਂ ਕਿਸਾਨਾਂ ਨੂੰ ਰਾਹਤ ਦੇਣ ਲਈ ਇੱਕ ਆਧੁਨਿਕ ਫੈਕਟਰੀ ਦਾ ਉਦਘਾਟਨ ਲਹਿਰਾ ਅੱਗੇ ਵਿਖੇ ਕੀਤਾ ਤੇ ਇਸ ਦੇ ਨਾਲ ਹੀ ਗੱਲ ਕਰਾਂਗੇ ਪੰਜਾਬ ਦੇ ਵਿੱਚ ਹੁਣ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸਲਰਸ ਨੂੰ ਲੈ ਕੇ ਸਰਕਾਰ ਤੇ ਰਾਜਪਾਲ ਵਿਚਾਲੇ ਤਕਰਾਰ ਵੱਧ ਗਿਆ ਤੇ ਨਾਲ ਹੀ ਗੱਲ ਕਰਾਂਗੇ SGPC ਦੀ, ਕਿਉਂਕਿ ਹਰਿਆਣਾ SGPC ਦੇ ਫੈਸਲੇ ਦੇ ਖਿਲਾਫ ਉਹ ਫਿਰ ਤੋਂ ਸੁਪਰੀਮ ਕੋਰਟ ਪਹੁੰਚ ਗਈ ਹੈ ਤੇ ਇਸ ਤੋਂ ਇਲਾਵਾ ਕੁਝ ਹੋਰ ਖਬਰਾਂ ਤੇ ਵੀ ਚਰਚਾ ਕਰਾਂਗੇ। ਤੇ ਆਓ ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰਾਈਮ ਟਾਈਮ ਦੀ। ਮੋਦੀ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ। ਕੇਂਦਰੀ ਮੰਤਰੀ ਮੰਡਲ ਨੇ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ਨੂੰ 110 ਰੁਪਏ ਦੇ ਵਾਧੇ ਦੀ ਮਨਜ਼ੂਰੀ ਦੇ ਦਿੱਤੀ ਹੈ। ਖੇਤੀਬਾੜੀ ਲਾਗਤ ਤੇ ਕੀਮਤ ਕਮਿਸ਼ਨ ਦੇ ਕਣਕ ਸਮੇਤ ਹਾੜੀ ਦੀਆਂ ਸਾਰੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ 9% ਵਾਧੇ ਦੀ ਸਿਫਾਰਿਸ਼ ਕੀਤੀ ਸੀ। ਕੇਂਦਰੀ ਕੈਬਨਿਟ ਮੰਤਰੀ ਨੇ ਹਾੜੀ ਦੀਆਂ ਫਸਲਾਂ ਦੇ ਘੱਟ ਤੋਂ ਘੱਟ ਸਮਰਥਨ ਮੁੱਲ ਵਿੱਚ 3 ਤੋਂ ਲੈ ਕੇ 9% ਦੇ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰ ਸਰਕਾਰ ਕਣਕ ਅਤੇ ਦਾਲਾਂ ਸਮੇਤ 6 ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਤੈਅ ਕਰਦੀ ਹੈ ਤੇ ਇਹਨਾਂ 6 ਫਸਲਾਂ ਦੇ ਵਿੱਚ ਕਣਕ, ਛੋਲੇ, ਦਾਲਾਂ, ਸਰੋਂ ਆਦਿ ਫਸਲਾਂ ਹੈਗੀਆਂ ਨੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਦੇ ਹੇਠ ਅੱਜ ਕੈਬਨਿਟ ਅਤੇ CCA ਦੀ ਮੀਟਿੰਗ ਹੋਈ। ਇਸ ਬਾਰੇ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਦੱਸਿਆ ਕਿ ਮੰਤਰੀ ਮੰਡਲ ਨੇ ਕਣਕ, ਦਾਲਾਂ ਅਤੇ ਛੋਲਿਆਂ ਦੇ ਸਮੇਤ ਹੋਰ ਹਾੜੀ ਦੀਆਂ ਫਸਲਾਂ ਤੇ MSP ਦੇ ਵਿੱਚ ਵਾਧਾ ਕਰ ਦਿੱਤਾ। ਕੇਂਦਰ ਸਰਕਾਰ ਨੇ ਦਾਲਾਂ ਦੀ MSP ਵਿੱਚ 500 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਤੇ ਇਸ ਦੇ ਨਾਲ ਹੀ ਸਰੋਂ ਦੀ MSP ਦੇ ਵਿੱਚ ਵੀ 400 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ। ਸੂਰਜਮੁਖੀ ਦਾ MSP ਮੁੱਲ ਦੀ ਵਧਾ ਕੇ 400 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ। ਕਣਕ ਦਾ MSP ਮੁੱਲ 110 ਰੁਪਏ ਪ੍ਰਤੀ ਕੁਇੰਟਲ ਵਧਾਉਣ ਦਾ ਫੈਸਲਾ ਕੀਤਾ ਗਿਆ, ਜਦਕਿ ਜੌਂ ਦੀ MSP ਦਾ ਮੁੱਲ ਵਿੱਚ 100 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ। ਇਸ ਤੋਂ ਬਾਅਦ ਦਾਲਾਂ ਦਾ MSP ਮੁੱਲ ਹੁਣ 5500 ਰੁਪਏ ਤੋਂ ਵੱਧ ਕੇ 6000 ਰੁਪਏ ਪ੍ਰਤੀ ਕੁਇੰਟਲ ਹੋ ਗਿਆ। ਇਸ ਤੋਂ ਇਲਾਵਾ ਕਣਕ ਦੇ ਘੱਟੋ ਘੱਟ ਸਮਰਥਨ ਮੁੱਲ ਦੇ ਵਿੱਚ ਵੀ 110 ਰੁਪਏ ਦਾ ਵਾਧਾ ਹੋਇਆ। ਇਹ ਹੁਣ 2015 ਰੁਪਏ ਤੋਂ ਵੱਧ ਕੇ 2125 ਰੁਪਏ ਪ੍ਰਤੀ ਕੁਇੰਟਲ ਹੋ ਗਿਆ। ਬੈਠਕ ਤੋਂ ਬਾਅਦ ਕੇਂਦਰੀ ਮੰਤਰੀ ਅਨੁਰਾਗ ਠਾकुर ਨੇ ਹੋਰ ਕੀ ਕੁਝ ਜਾਣਕਾਰੀ ਦਿੱਤੀ ਹੈ, ਆਓ ਤੁਹਾਨੂੰ ਉਹ ਸੁਣਾ ਦਈਏ। ਪਹਿਲਾਂ माननीय प्रधानमंत्री नरेंद्र मोदी जी के नेतृत्व में, अध्यक्षता में मंत्रिमंडल की बैठक हुई और कैबिनेट कमेटी ऑन इकोनॉमिक अफेयर्स ने आज जो 2022-23 के सीज़न के रबी की 6 फसलों के न्यूनतम समर्थन मूल्य यानी MSP निर्धारित किए हैं। जैसा आपको ज्ञात है, जब से ये सरकार आई है तब से कृषि की उत्पादकता बढ़े, किसान समृद्ध और संपन्न हो, उनकी आय में बढ़ोतरी हो, इसके लिए एक के बाद दूसरा नया कदम उठाया गया। अगर आप फसल बीमा योजना को देखें, प्रधानमंत्री फसल बीमा योजना, इसका भी करोड़ों लोगों को लाभ मिला है, करोड़ों किसानों को लाभ मिला है। दुनिया भर में खाद के दाम आसमान छू रहे हैं, उसके बावजूद भारत के किसानों पर कोई बोझ नहीं पड़ने दिया। और इसी वित्तीय वर्ष में भी देखेंगे यूरिया में लगभग 2,30,000 करोड़ से ज़्यादा का सब्सिडी के रूप में दिया गया है। और जैसा पिछले कल भी माननीय प्रधानमंत्री जी ने कहा कि 70-80 रुपये में तो हम इंपोर्ट करते हैं, लेकिन 5-6 रुपये तक ही किसानों को खाद पहुंचाने का काम भी करते हैं। इसी तरह से PM किसान सम्मान निधि भी करोड़ों किसानों को लगभग 2.16 लाख करोड़ अब तक दी जा चुकी है। जहाँ तक MSP की बात है, रबी का सीज़न है और ये 6 फसलों का न्यूनतम समर्थन मूल्य MSP जो तय किया गया है वो उसी तर्ज पर है कि लागत प्लस 50% यानी कि 1.5 गुना ज़्यादा। लेकिन मुझे बताते हुए ये भी प्रसन्नता है कि जो 2018 के यूनियन बजट में जो इस सिद्धांत की घोषणा की गई थी, अगर आप आज देखेंगे
गेहूं का एमएसपी 100% यानी कि कॉस्ट ऑफ प्रोडक्शन से 100% ज़्यादा दुगना है। इसी तरह से सरसों का 104% यानी कि दुगने से ज़्यादा है। चने का 66%, मसूर का 85%, बारले का 60%, कुसुम का 50%, यानी कि सारे ही 1.5 गुना से ज़्यादा हैं। आज जो वृद्धि की गई है वो मैं आप सबके सामने रखना चाहता हूँ। ये जो हमारा रबी फसल के लिए न्यूनतम समर्थन मूल्य गेहूं में वृद्धि 110 रुपया की गई है, जौ में 100 रुपया वृद्धि की गई है, चना में 105 रुपया एमएसपी की वृद्धि की गई है। आपको ऐसे बता देता हूँ, गेहूं में 110 रुपया वृद्धि की गई है, 215 रुपये से बढ़ाकर इसको 2125 रुपये किया गया है। जौ को 100 रुपया बढ़ोतरी की गई, जो 1635 से बढ़ के 1735 किया गया है। चना में 105 रुपये की वृद्धि हुई, जो 5230 से बढ़कर 5335 रुपये अब किया गया है। मसूर में 500 रुपये की वृद्धि की गई है, जो 5500 से बढ़ाकर 6000 रुपया किया गया है। रेपसीड जो सरसों 400 रुपये की वृद्धि की गई है, 5050 से बढ़ाकर 5450 रुपया कर दिया गया। और कुसुम में 209 रुपये की वृद्धि की गई है, जो 5441 से बढ़ाकर 5650 रुपया किया गया है। अगर आप तुलना करके देखेंगे तो आपको इस चार्ट में सीधे तौर पर नज़र आएगा कि 2014 में हम गेहूं पे कहाँ खड़े थे। 1450 था, जो 47% की वृद्धि करके 2125 रुपया होता है। इसी तरह से जौ का 2014-15 में 1150 था, जो 51% की वृद्धि करके आज 1735 है। ग्राम की बात करूं तो 3175 से बढ़कर 5335 हुआ है, जो 68% की वृद्धि है अगर 2014 की तुलना करें तो। और 3100 रुपया सरसों की रैपसीड की बात करूं तो 3100 से बढ़कर 5450 रुपये, 76% की वृद्धि 2014 के मुकाबले है। और कुसुम की बात करें तो 3050 से बढ़कर 5650, जो लगभग 85% की वृद्धि है। और मसूर की 3075 से बढ़कर 6000 हुआ है, जो लगभग 95% की वृद्धि है। तो ये 2014 से भी अब तक की तुलना मैंने करके बता दी, और पिछले साल से इस साल जो बढ़ोतरी की है वो भी मैंने आपके सामने रखा है। देखिए, दलहन तिलहन की ओर भी अगर आप देखेंगे तो सरकार का फोकस रहा है। जो आयात पहले ज़्यादा होता था, अब आत्मनिर्भर उस दिशा में हो, तब भी हमने कदम उठाए हैं। और ऑयल सीड्स की प्रोडक्शन को भी अगर आप देखोगे, 27.51 मिलियन टन जो 2014-15 में था, उससे बढ़कर 37.70 मिलियन टन 2021-22 में हुआ है। ये अपने आप में दिखता है कि हमारा घरेलू उत्पादन जो है लगातार बढ़ रहा है। तो सरकार की पॉलिसीज, आप कई बार कहते हो कि आपने सरसों पे इतना क्यों बढ़ा दिया, कुसुम पे इतना क्यों बढ़ा दिया, क्योंकि हम इंपोर्ट कम करें, स्थानीय यहाँ पे डाइवर्सिफिकेशन भी हो, और साथ साथ में किसानों को समर्थन मूल्य भी बेहतर मिल सके। तो लागत एक बहुत बड़ा फैक्टर होता है कि लागत को हम लेते हैं, 50% मिनिमम प्रॉफिट देने का प्रयास हमने हर जगह किया है। और दूसरा, आयात कम हो जिस जिस क्षेत्र में भी है, तो ऑयल सीड्स पल्सेस इसकी बात, तो उसमें भी हमने बहुत अच्छे इसमें परिणाम देखने को मिले हैं। किसान आंदोलन जो पिछले साल हुआ था, उसके बाद एक एमएसपी पे एक समिति स्थापन करने की बात हुई थी, उसका स्टेटस क्या है अभी? कृषि मंत्रालय बताएगा, लेकिन मैं इतना जरूर बता सकता हूं, किसानों को आय बढ़ाने के लिए, किसानों को समृद्ध संपन्न करने के लिए, किसानों के ऊपर बढ़ती लागतों का बोझ ना पड़ने के लिए ये सारे कदम सरकार ने उठाए हैं। और मैं बड़ी गंभीरता के साथ कह सकता हूं कि दुनिया में अगर 300% से ज़्यादा दाम खाद के बढ़ गए, तो हमने अपने किसानों के ऊपर 1 रुपये का भी बोझ नहीं पड़ने दिया। फसल भी अगर बर्बाद होती थी तो पहले 50% कम से कम होती, तब मिलता था। हमने 30% किया। फसल बीमा योजना में हज़ारों करोड़ रुपए का मुआवजा देने का काम किया। यही नहीं, हर वो कदम, अगर आप भारतीय खाद की भी बात करें जो कल परसों पीएम साहब ने लॉन्च किया है, केवल ब्रांड की बात नहीं जी,
किसानों के लिए जो केंद्र बनाए गए हैं, इसका लाभ क्या है? किसान समृद्धि केंद्र, ये पीएम किसान समृद्धि केंद्र अपने आप में एक बहुत बड़ी शुरुआत है जी। आप जैसे किसी इलेक्ट्रॉनिक की शोरूम में जाते हो, आपको 50 तरह के गैजेट्स और सब कुछ मिलते हैं वन स्टॉप शॉप पे। वन नेशन वन फर्टिलाइजर उसी दिशा में, आपको केवल खाद या फर्टिलाइजर वहाँ नहीं मिलेंगे, आपको बीज से लेके अपनी मिट्टी की जांच से लेके टेक्नोलॉजी किस तरह से उपयोग करनी, सरकारी योजनाएं क्या है, ये किसान के लिए कहाँ था जी। ये 600 से ज़्यादा जगह पर शुरू किया गया, इसको देश भर में विस्तार किया जाएगा। जैसे कॉमन सर्विस सेंटर होता है, उसमें बहुत सारी सुविधाएं मिलती हैं। ये पीएम किसान समृद्धि केंद्र भी उस दिशा में एक बहुत बड़ा कदम है। और ये भारत ब्रांड जो यूरिया के साथ दिया गया है, इसका एक बहुत बड़ा एडवांटेज भी ज़मीन पे आपको देखने को मिलेगा, जो किसानों के लिए एक बहुत बड़ा शुरुआत उस दिशा में भी की गई है। 127 सर, मैं लक्ष्मण हूँ CNBC आवाज़ से। इस बार हमने देखा कि मसूर की MSP पिछले साल भी सबसे ज़्यादा बढ़ाई गई थी, इस बार भी सबसे ज़्यादा बढ़ाई गई है। और पिछले दिनों जो महंगाई के आंकड़े आए थे उसमें भी दाल की कीमतें थोड़ी सी बढ़ी हुई थी। तो MSP बढ़ने का एक फ़ायदा तो ये होता है किसानों को बेहतर कीमत मिलती है, लेकिन महंगाई पर एक दबाव बना रहता है, महंगाई बढ़ने का खतरा रहता है। इसको कैसे बैलेंस करेंगे? अगर आप दुनिया भर से तुलना करेंगे तो लक्ष्मण जी, आज भी आपको देखने को मिलेगा जिन देशों में कभी 30-30, 40-40 साल में महंगाई नहीं थी, वहाँ पर आसमान छू रही है। और उनके मुकाबले भारत देखेंगे तो बहुत अच्छा कर रहा है, दुनिया भर ने इसको माना भी है। हमारे किसानों ने भी उत्पादन में कोविड के टाइम पे भी कोई कमी नहीं छोड़ी। सरकार ने भी खरीद 2014 के मुकाबले देखोगे तब भी दुगनी से ज़्यादा है। और मूल्य देने की बात है, यानी कि खरीद भी हमने ज़्यादा की, दाम भी ज़्यादा दिया और किसानों की कमाई भी ज़्यादा हुई। तो हमने सारा इस सरकार के समय करने का वो काम किया है। तो एक और उत्पादन भी बढ़ा है, किसान को MSP में भी वृद्धि की है, लेकिन महंगाई दुनिया की तुलना से उस दृष्टि से बहुत नियंत्रण में रखी गई है। और फूड ग्रेन की प्रोडक्शन देखेंगे तो 252 मिलियन मीट्रिक टन से बढ़कर ये 315 मिलियन मीट्रिक टन तक गई है। ये अपने आप में दिखाता है कि अपने आप में किस तरह से वृद्धि लगातार हुई है। ਤੇ ਆਓ ਹੁਣ ਤੁਹਾਨੂੰ ਥੋੜਾ ਗ੍ਰਾਫਿਕਸ ਦੇ ਜ਼ਰੀਏ ਸਮਝਾਉਂਦੇ ਆ ਕਿ MSP ਨਵੀਂ MSP ਜਾਰੀ ਹੋਣ ਤੋਂ ਬਾਅਦ ਹਾੜੀ ਦੀ ਕਿਹੜੀ ਫਸਲ ਦਾ ਮੁੱਲ ਕਿੰਨਾ ਵੱਧ ਗਿਆ ਅਤੇ ਹੁਣ ਉਹ ਫਸਲਾਂ ਦਾ ਪੁਰਾਣਾ ਮੁੱਲ ਵੀ ਕੀ ਸੀ। ਤੇ ਸਰੋਂ ਦੀ ਫਸਲ ਦਾ ਪਹਿਲਾਂ 5050 ਰੁਪਏ ਪ੍ਰਤੀ ਕੁਇੰਟਲ ਰੇਟ ਸੀ, ਜਿਸ ਦੇ ਵਿੱਚ 400 ਰੁਪਏ ਪ੍ਰਤੀ ਕੁਇੰਟਲ ਵਾਧਾ ਕੀਤਾ ਗਿਆ ਅਤੇ ਹੁਣ ਕਿਸਾਨਾਂ ਨੂੰ 5450 ਰੁਪਏ ਦਾ ਰੇਟ ਮਿਲੇਗਾ। ਇਸੇ ਤਰ੍ਹਾਂ ਕਣਕ ਦੀ ਫਸਲ ਦਾ ਭਾਅ 2015 ਰੁਪਏ ਕੁਇੰਟਲ ਸੀ ਤੇ ਜਿਸ ਦੇ ਵਿੱਚ ਸਰਕਾਰ ਨੇ 110 ਰੁਪਏ ਦਾ ਵਾਧਾ ਕੀਤਾ ਤੇ ਹੁਣ ਉਹ 2125 ਰੁਪਏ ਪ੍ਰਤੀ ਕੁਇੰਟਲ ਦਾ ਰੇਟ ਮਿਲੇਗਾ। ਤੇ ਜੌਂ ਦੀ ਫਸਲ ਦਾ ਭਾਅ ਦੀ ਗੱਲ ਕਰੀਏ ਤਾਂ 1635 ਰੁਪਏ ਸੀਗਾ ਤੇ ਜਿਸ ਦੇ ਵਿੱਚ 100 ਰੁਪਏ ਦਾ ਵਾਧਾ ਕੀਤਾ ਗਿਆ ਤੇ ਹੁਣ ਕਿਸਾਨਾਂ ਨੂੰ 1735 ਰੁਪਏ ਰੇਟ ਜੌਂ ਦਾ ਵੀ ਮਿਲੇਗਾ। ਤੇ ਛੋਲਿਆਂ ਦੀ ਵੀ ਗੱਲ ਕਰੀਏ, ਛੋਲਿਆਂ ਦੀ ਫਸਲ ਦਾ ਰੇਟ ਪਹਿਲਾਂ 5230 ਰੁਪਏ ਪ੍ਰਤੀ ਕੁਇੰਟਲ ਸੀ ਤੇ ਸਰਕਾਰ ਵੱਲੋਂ 105 ਰੁਪਏ ਵਧਾ ਕੇ ਹੁਣ ਉਹ ਰੇਟ 5335 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ। ਇਸੇ ਤਰ੍ਹਾਂ ਮਸਰ ਦੀ ਫਸਲ ਤੋਂ ਪਹਿਲਾਂ ਕਿਸਾਨਾਂ ਨੂੰ 5500 ਰੁਪਏ ਮਿਲਦੇ ਸੀ ਤੇ ਹੁਣ ਉਹ ਸਰਕਾਰ ਨੇ 500 ਰੁਪਏ ਵਧਾ ਕੇ ਲਗਭਗ 6000 ਰੁਪਏ ਪ੍ਰਤੀ ਕੁਇੰਟਲ ਰੇਟ ਹੁਣ ਕਿਸਾਨਾਂ ਨੂੰ ਮਿਲੇਗਾ। ਤੇ ਉਧਰ ਪੰਜਾਬ ਦੇ ਅੰਦਰ ਪਰਾਲੀ ਸਾੜਨ ਦੇ ਮਾਮਲੇ ਹਜੇ ਵੀ ਨਹੀਂ ਘੱਟ ਹੋ ਰਹੇ, ਪਰ ਸੂਬੇ ਦੀ ਭਗਵੰਤ ਮਾਨ ਸਰਕਾਰ ਲਗਾਤਾਰ ਪਰਾਲੀ ਦੀ ਸੰਭਾਲ ਨੂੰ ਲੈ ਕੇ ਵੱਡੇ ਫੈਸਲੇ ਲੈ ਰਹੀ ਹੈ। ਸਰਕਾਰ ਦੀ ਸੋਚ ਦੇ ਸਦਕਾ ਹੀ ਅੱਜ ਲਹਿਰਾ ਗਾਗਾ ਵਿਖੇ ਇੱਕ ਅਜਿਹੀ ਫੈਕਟਰੀ ਦੀ ਸ਼ੁਰੂਆਤ ਕਰਵਾਈ ਗਈ ਕਿ ਜਿਸ ਦੇ ਵਿੱਚ ਪਰਾਲੀ ਦੇ ਜ਼ਰੀਏ ਬਿਜਲੀ ਦਾ ਉਤਪਾਦਨ ਹੋ ਸਕੇਗਾ। ਇਸ ਕੰਪਨੀ ਦੇ ਵਿਸਤਾਰ ਦਾ ਉਦਘਾਟਨ ਅੱਜ ਸੂਬੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਕੰਪਨੀ ਦੇ ਸੀਨੀਅਰ ਅਧਿਕਾਰੀ ਵੀ ਉਹਨਾਂ ਦੇ ਨਾਲ ਮੌਜੂਦ ਸਨ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਪੰਜਾਬ ਦੇ ਕਿਸਾਨ ਆਪਣੇ ਪੈਸਿਆਂ ਨੂੰ ਅੱਗ ਹੀ ਲਗਾਉਂਦੇ ਰਹੇ ਨੇ, ਪਰ ਹੁਣ ਕਿਸਾਨ ਪਰਾਲੀ ਤੋਂ ਪੈਸੇ ਵੀ ਕਮਾ ਸਕਣਗੇ। ਉਹਨਾਂ ਕਿਹਾ ਕਿ ਇਹ ਕੰਪਨੀ ਆਉਣ ਵਾਲੇ ਦਿਨਾਂ ਦੇ ਵਿੱਚ ਸੂਬੇ ਦੇ ਵਿੱਚ 10 ਹੋਰ ਨਵੇਂ ਇਹੋ ਜਿਹੇ ਪਲਾਂਟ ਲਾਏਗੀ, ਜਿਸ ਦੇ ਕਾਰਨ ਪਰਾਲੀ ਸਾੜਨ ਤੋਂ ਕਿਸਾਨਾਂ ਨੂੰ ਰਾਹਤ ਮਿਲੇਗੀ। ਤੇ ਕੀ ਕੁਝ ਮਾਨ ਸਾਹਿਬ ਨੇ ਕਿਹਾ, ਆਓ ਉਹ ਵੀ ਸੁਣ ਲਈਏ। ਹੁਣ ਅੱਗ ਪਰਾਲੀ ਨੂੰ ਨਹੀਂ ਲਾਉਂਦੇ ਰਹੇ, ਨੋਟਾਂ ਨੂੰ ਲਾਉਂਦੇ ਰਹੇ, ਕਿਉਂਕਿ ਇਹੀ ਪਰਾਲੀ ਗੈਸ ਬਣੂਗੀ,
ਕਾਰਾਂ ਚੱਲਣਗੀਆਂ, ਗੱਡੀਆਂ ਚੱਲਣਗੀਆਂ, ਖਾਦ ਬਣ ਰਹੀ ਹੈ, ਸਾਡੀ ਧਰਤੀ ਜਿਹੜੀ ਹੈ ਉਹਦੀ ਉਪਜਾਊ ਸ਼ਕਤੀ ਵਧੂਗੀ। 3-4 ਚੀਜ਼ਾਂ ਇਕੱਠੀਆਂ ਹੋ ਰਹੀਆਂ ਔਰ ਇਲਾਕੇ ਦੇ ਨੌਜਵਾਨ ਉਹਨਾਂ ਨੂੰ ਰੋਜ਼ਗਾਰ ਮਿਲ ਰਿਹਾ। ਇੱਥੇ ਆਪਣੇ ਦੇਸ਼ ਦੇ ਪੈਟਰੋਲੀਅਮ ਮਿਨਿਸਟਰ ਮਾਨਯੋਗ ਹਰਦੀਪ ਸਿੰਘ ਪੁਰੀ ਜੀ ਆਉਣ ਵਾਲੇ ਨੇ, ਉਹਨਾਂ ਦਾ ਵੀ ਸਵਾਗਤ ਕਰਨਾ ਹੈ ਕਿਉਂਕਿ ਰਲ ਮਿਲ ਕੇ ਇਸ ਤਰ੍ਹਾਂ ਦੇ ਜਿਹੜੇ ਵੱਡੇ ਵੱਡੇ ਪ੍ਰੋਜੈਕਟ ਨੇ ਉਹ ਚੱਲਦੇ ਨੇ। ਮੈਂ ਪਿੱਛੇ ਜੇ ਜਰਮਨੀ ਗਿਆ ਜਦੋਂ, ਤਾਂ ਮਿਸਟਰ ਸਲਾਟਰ ਜਿਹੜੇ ਮਾਲਿਕ ਨੇ ਉਹ ਮੈਨੂੰ ਮਿਲਣ ਆਏ ਤੇ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ। 1-2 ਪੰਜਾਬ ਸਰਕਾਰ ਨਾਲ ਸੰਬੰਧਿਤ ਛੋਟੇ ਛੋਟੇ ਕਾਗਜ਼ ਸੀਗੇ ਵੀ ਆ NOC ਹੈ ਜੀ, ਆ ਇੱਕ ਆ ਹੈ। ਮੈਂ ਕਿਹਾ ਜੀ ਜੇ ਤੁਸੀਂ ਸਾਡੀ ਧਰਤੀ ਨੂੰ, ਸਾਡੇ ਹਵਾ ਨੂੰ ਬਚਾਉਣ ਵਾਸਤੇ ਇੰਨਾ ਕੁਝ, ਉਹ 8000 ਕਿਲੋਮੀਟਰ ਤੋਂ ਆ ਕੇ ਇੱਥੇ ਕਰ ਰਹੇ ਹੋ, ਤਾਂ ਅਸੀਂ ਕਾਗਜ਼ ਨਾ ਤੁਹਾਡੇ ਬਣਾਈਏ ਤਾਂ ਸਾਡੇ ਲਈ ਸ਼ਰਮ ਦੀ ਗੱਲ ਹੈ। ਸੋ ਅਸੀਂ ਇਮੀਡੀਏਟਲੀ ਇਹਨਾਂ ਨੂੰ ਸਾਰੇ ਜਿਹੜੇ ਕਾਗਜ਼ ਕਲੀਅਰ ਕਰਕੇ ਅੱਜ ਇਹ ਫੈਕਟਰੀ ਜਿਹੜੀ ਹੈ ਚੱਲ ਪਈ ਹੈ। ਬਿਜਲੀ ਦਾ ਕਨੈਕਸ਼ਨ ਕਿਉਂਕਿ 24 ਘੰਟੇ ਚੱਲੂਗੀ ਫੈਕਟਰੀ, 365 ਦਿਨ ਚੱਲੂਗੀ, 1 ਸਕਿੰਟ ਲਈ ਵੀ ਖੜੂਗੀ ਨਹੀਂ, ਕੋਈ ਪੋਲੂਸ਼ਨ ਨਹੀਂ ਕਰਦੀ ਫੈਕਟਰੀ। ਇਹ 1 ਲੱਖ ਟਨ ਪਰਾਲੀ 1 ਸਾਲ ਦੀ, 45,000 ਕਿੱਲੇ ਤੋਂ ਪਰਾਲੀ ਚੱਕ ਲੈਂਦੀ। ਇਹਦੇ ਤਾਂ ਤਾੜੀ ਬਣਦੀ ਹੈ। ਬਹੁਤ ਵੱਡੀ ਸਮੱਸਿਆ ਹੈ। ਮੈਂ ਅੱਜ ਵੀ ਆਉਂਦਾ ਹੋਇਆ ਦੇਖ ਰਿਹਾ ਸੀ, ਅੱਗ ਲੱਗ ਰਹੀ ਹੈ। ਬੜੀਆਂ ਬੇਨਤੀਆਂ ਵੀ ਕਰਦੇ ਆ, ਛੋਟੇ ਛੋਟੇ ਬੱਚੇ ਵੀ ਇੱਕ ਸਕੂਲ ਦੇ ਵਿੱਚ ਗਾ ਰਹੇ ਸੀ। ਸਮਾਜਿਕ ਸੰਸਥਾਵਾਂ, NGO ਬਹੁਤ ਸਾਰੇ ਹੈਗੇ ਨੇ, ਸਾਰੇ ਨਹੀਂ ਲਾਉਂਦੇ ਅੱਗ। 75 ਲੱਖ ਏਕੜ 'ਚ ਝੋਨਾ ਲੱਗਦਾ ਹੈ, ਜਿਹਦੇ ਚੋਂ 35-36 ਲੱਖ ਏਕੜ 'ਚ ਪਰਾਲੀ ਨਹੀਂ ਫੂਕੀ ਜਾਂਦੀ, ਮਤਲਬ 50% ਦੇ ਨੇੜੇ। ਕੋਸ਼ਿਸ਼ ਕਰ ਰਹੇ ਹਾਂ ਕਿ ਕੋਈ ਹੱਲ ਨਿਕਲ ਆਵੇ। ਇਹ ਬਹੁਤ ਵੱਡਾ ਹੱਲ ਹੈ। ਸੋ ਮੈਂ ਬਰਵਿਓ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਦਾ ਇਸ ਗੱਲ ਦੀ ਕਿ ਸਾਡੇ ਪਿੰਡਾਂ 'ਚ ਆਏ ਨੇ। ਮੈਂ ਦੱਸ ਰਿਹਾ ਸੀ ਜਿਹੜੇ ਮਾਲਕ ਨੇ ਕਿ ਮੇਰਾ ਤਾਂ ਪਿੰਡ 20 ਕਿਲੋਮੀਟਰ ਇੱਥੋਂ, ਸਾਡੇ ਤਾਂ ਰਿਸ਼ਤੇਦਾਰੀਆਂ ਨੇ ਇਸ ਇਲਾਕੇ 'ਚ ਹੀ ਨੇ। ਆ ਗੋਬਿੰਦਗੜ੍ਹ ਖੋਖਰ ਭੂਆ ਵਿਆਹੀ ਹੈ, ਆ ਲੇਲ ਕਲਾਂ ਭੂਆ ਦਾ ਮੁੰਡਾ ਵਿਆਹਿਆ ਹੈ। ਰਿਸ਼ਤੇਦਾਰੀਆਂ, ਦਾਤੀਆਂ ਕਈਆਂ ਦੀ ਸਾਂਝ ਹੈ, ਇੱਕੋ ਪੱਤਨ ਦਾ ਪਾਣੀ ਪੀਂਦੇ ਆ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹਤ। ਤੇ ਜੇ ਕਿਤੇ ਆਪਾਂ ਇਹ ਤਿੰਨੋਂ ਦਰਜੇ ਕਾਇਮ ਰੱਖਣ 'ਚ ਕਾਮਯਾਬ ਹੋ ਗਏ ਤਾਂ ਗੁਰੂ ਸਾਹਿਬ ਦੇ ਜਿਹੜੇ ਬਚਨ ਨੇ ਉਹਨਾਂ ਤੇ ਥੋੜਾ ਜਿਹਾ ਅਸਰ ਜੇ ਆਪਾਂ ਲਈਏ। ਇਹ ਕੋਈ ਅੱਜ ਰਾਜਨੀਤਿਕ ਰੈਲੀ ਨਹੀਂ ਹੈਗੀ। ਇੱਥੇ ਕੋਈ ਅਸੀਂ ਅੱਜ ਕੋਈ ਟੀਵੀ ਤੇ ਜਾਂ ਕੋਈ ਕ੍ਰੈਡਿਟ ਲੈਣ ਨਹੀਂ ਆਏ। ਸਾਡਾ ਇਹ ਹੈ ਮਕਸਦ ਕਿ ਸਾਡਾ ਮਸਲਾ ਹੱਲ ਹੁੰਦਾ ਹੋਵੇ, ਸਾਡੇ ਨੌਜਵਾਨ ਮੁੰਡੇ ਕੰਮਾਂ ਤੇ ਲੱਗਣ, ਸਾਡੇ ਖੇਤ ਉਪਜਾਊ ਸ਼ਕਤੀਆਂ ਵਧਣ, ਸਾਡੀ ਹਵਾ, ਪਾਣੀ, ਧਰਤੀ ਸਾਡੀ ਉਹ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਹੋਇਆ ਹੈ, ਮਾਂ ਸਾਡੀ ਸਲਾਮਤ ਰਵੇ। ਤਾਂ ਸਾਡੇ ਲਈ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਿ ਉਹਨੇ ਬਣਾਇਆ, ਇਹਨੇ ਬਣਾਇਆ, ਜਿਹਨੇ ਮਰਜ਼ੀ ਬਣਾਇਆ। ਬਈ ਕੰਮ ਤੇ ਲੱਗੇ ਲੋਕ, ਤੇ ਮੈਂ ਵਧਾਈ ਦਿੰਦਾ ਬਰਵੀਓ ਨੂੰ। ਔਰ ਇੱਕ ਹੋਰ ਮੇਰੇ ਨਾਲ ਵਾਅਦਾ ਕੀਤਾ
ਬਰਵੀਓ ਦੇ ਜਦੋਂ ਮੈਂ ਜਰਮਨੀ ਸੀ ਉਦੋਂ ਕਿਹਾ ਸੀ ਕਿ ਜੇ ਆਹ ਪਲਾਂਟ ਸਾਡਾ ਵਧੀਆ ਚੱਲ ਗਿਆ ਅਸੀਂ 10 ਪਲਾਂਟ ਇਦਾਂ ਦੇ ਹੋਰ ਪੰਜਾਬ ਦੇ ਵਿੱਚ ਲਾਉਣੇ। ਮੈਂ ਇਹੀ ਕਹਿਣਾ ਚਾਹੂੰਗਾ ਕਿ ਆਪਾਂ ਤਰੱਕੀਆਂ ਵੱਲ ਨੂੰ ਚੱਲੀਏ, ਇੱਕ ਦੂਜੇ ਨੂੰ ਨਿੰਦਣਾ, ਇੱਕ ਦੂਜੇ ਚੋਂ ਨੁਕਸ ਕੱਢਣੇ ਛੱਡੀਏ ਇਹਨਾਂ ਗੱਲਾਂ ਨੂੰ। ਪੰਜਾਬ ਨੂੰ ਆਪਾਂ ਦੁਬਾਰਾ ਪੰਜਾਬ ਬਣਾ ਲਈਏ, ਪੰਜਾਬ ਨੂੰ ਪੁਰਾਣਾ ਦਰਜਾ ਜੋ ਬਜ਼ੁਰਗ ਸਾਡੇ ਰੰਗਲਾ ਪੰਜਾਬ, ਜਿਹੜਾ ਮੁਗਦਰ ਚੱਕਦਾ ਪੰਜਾਬ, ਘੋਲ ਘੁਲਦਾ ਪੰਜਾਬ, ਕੁਸ਼ਤੀਆਂ ਵਾਲਾ ਪੰਜਾਬ, ਭੰਗੜੇ ਗਿੱਧਿਆਂ ਵਾਲਾ ਪੰਜਾਬ, ਉਹ ਤਾਂ ਆਊਗਾ ਜੇ ਚੁੱਲ੍ਹਿਆਂ 'ਚ ਅੱਗ ਬਲੂਗੀ, ਜੇ ਆਪਣੀ ਆਰਥਿਕਤਾ ਸਹੀ ਹੋਊਗੀ। ਕਿਉਂਕਿ ਹਾਸੇ ਵੀ ਉਦੋਂ ਹੀ ਚੰਗੇ ਲੱਗਦੇ ਨੇ ਜਦੋਂ ਚੁੱਲ੍ਹੇ 'ਚ ਅੱਗ ਮੱਚਦੀ ਹੋਵੇ। ਸੋ ਇਸ ਤਰ੍ਹਾਂ ਦੇ ਪ੍ਰੋਜੈਕਟ ਆਉਣ। ਇਹ ਇੱਕ ਕੰਪਨੀ ਜਰਮਨੀ ਦੀ ਸਾਡੇ ਕੋਲ ਤੀਜੀ ਕੰਪਨੀ ਹੈ, ਬਰਵੀਓ ਹੈ, ਫਰੈਡਨਬਰਗ, ਉਹ ਵੀ ਆ ਰਹੇ ਨੇ, ਮੋਰਿੰਡੇ, ਕਲਾਸ ਸਾਡੇ ਕੋਲੇ ਪਹਿਲਾਂ ਹੀ ਮੋਰਿੰਡੇ ਦੇ ਵਿੱਚ ਕੰਬਾਈਨਾਂ ਬਣਾਉਂਦੀ ਹੈ। ਸੋ ਜਰਮਨੀ ਦੀਆਂ 3 ਕੰਪਨੀਆਂ ਹੋ ਗਈਆਂ ਔਰ ਹੁਣ ਇਹ ਜ਼ਿੰਮੇਵਾਰੀ ਇਹਨਾਂ ਦੀ ਲਾਵਾਂਗੇ ਬਰਵੀਓ ਵਾਲਿਆਂ ਦੀ ਕਿ ਹੋਰ ਕੰਪਨੀਆਂ ਨੂੰ ਵੀ ਲੈ ਕੇ ਆਓ ਕਿ ਹਾਂ ਭਾਈ ਇਹ ਮਾਹੌਲ ਇੱਥੇ ਮਿਲਦਾ, ਇੱਥੇ ਕੰਮ ਕਰੋ, ਇਹ ਟੈਕਸ ਦਿੰਦੇ ਨੇ, ਸਰਕਾਰ ਦੇ ਖਜ਼ਾਨੇ 'ਚ ਆਉਂਦਾ, ਉਹਦੇ ਨਾਲ ਤੁਹਾਨੂੰ ਤਨਖਾਹਾਂ ਮਿਲਦੀਆਂ ਨੇ, ਉਹਦੇ ਨਾਲ ਸੜਕਾਂ ਬਣਦੀਆਂ ਨੇ, ਉਹਦੇ ਨਾਲ ਤੁਹਾਨੂੰ ਸਹੂਲਤਾਂ ਮਿਲਦੀਆਂ ਨੇ। ਸੋ ਇਹ ਸਰਕਲ ਚੱਲਦਾ ਹੈ। ਸੋ ਦੇਸ਼ ਦਾ ਸਭ ਤੋਂ ਵੱਡਾ ਬਾਇਓ એનર્ਜੀ ਪਲਾਂਟ ਪਟਾਲ ਕਲਾਂ ਦੇ ਵਿੱਚ ਲੱਗਣਾ। ਪਿੰਡ ਦੀ ਤਾਂ ਮਸ਼ਹੂਰੀ ਹੋਣੀ ਹੈ ਸਾਰੀ ਦੁਨੀਆ 'ਚ, ਨਾਲ ਨਾਲ ਇਲਾਕੇ ਦੀ ਵੀ ਮਸ਼ਹੂਰੀ ਹੋਣੀ ਹੈ। ਔਰ ਇਸ ਇਲਾਕੇ ਨੂੰ ਪਛੜਿਆ ਹੋਇਆ ਇਲਾਕਾ ਕਿਹਾ ਜਾਂਦਾ ਸੀ ਕਿ ਜੀ ਲਹਿਰੇਗਾ ਅੱਗੇ, ਉਧਰ ਤਾਂ ਜੀ ਨਾ ਸੜਕਾਂ ਨੇ ਨਾ ਕੋਈ ਸਕੂਲ ਨੇ। ਹੁਣ ਆਪਾਂ ਇਸ ਇਲਾਕੇ ਨੂੰ ਪੰਜਾਬ ਦਾ ਸਭ ਤੋਂ ਵਿਕਸਿਤ ਤੇ ਸਭ ਤੋਂ ਵੱਧ ਪੜ੍ਹਿਆ ਲਿਖਿਆ ਇਲਾਕਾ ਬਣਾਵਾਂਗੇ। ਮੈਡੀਕਲ ਕਾਲਜ ਖੁੱਲ ਰਹੇ ਨੇ, ਕਾਲਜ ਬਣ ਰਹੇ ਨੇ, ਸਕੂਲ ਸ਼ਾਨਦਾਰ ਹੋਣਗੇ, ਮੁਹੱਲਾ ਕਲੀਨਿਕ ਖੁੱਲ ਰਹੇ ਨੇ, ਰਿਸ਼ਵਤ ਬੰਦ ਹੋਊਗੀ, ਹੋ ਰਹੀ ਹੈ। ਹਰ ਰੋਜ਼ ਕੋਈ ਨਾ ਕੋਈ ਤੁਸੀਂ ਖਬਰ ਪੜ੍ਹਦੇ ਹੋਵੋਗੇ ਰਿਸ਼ਵਤਖੋਰਾਂ ਦੀ। ਕਈ ਤਾਂ ਆਪ ਹੀ ਆ ਜਾਂਦੇ ਪੈਸੇ ਲੈ ਕੇ ਕਿ ਮੈਨੂੰ ਫੜ ਲਓ ਜੀ, ਕਿਉਂਕਿ ਉਹਨਾਂ ਦੇ ਪਹਿਲਾਂ ਇਹ ਲੱਗਿਆ ਹੋਇਆ ਨਾ, ਉਹਨਾਂ ਨੂੰ ਆਦਤਾਂ ਪਈਆਂ ਹੋਈਆਂ ਨੇ ਵੀ ਐਂ ਜੇ ਹੋ ਜਾਂਦਾ ਹੁੰਦਾ। ਉਹਨਾਂ ਨੂੰ ਇਹ ਨਹੀਂ ਪਤਾ ਕਿ ਹੁਣ ਨਹੀਂ ਹੁੰਦਾ। ਹੁਣ ਆਮ ਘਰਾਂ ਦੇ ਲੋਕ ਆ ਗਏ। ਮੰਤਰੀ ਸਾਹਿਬ ਬੈਠੇ ਨੇ, ਅਮਨ ਅਰੋੜਾ ਜੀ, ਬਜਿੰਦਰ, ਸਾਡੇ MLA ਸਾਹਿਬ ਗੋਇਲ ਸਾਹਿਬ, ਪੇਡਾ ਦੇ ਚੇਅਰਮੈਨ ਹੰਸਪਾਲ ਜੀ, ਔਰ डिप्टी कमिश्नर संगरूर, SSP संगरूर, SDM साहब, सारे जिन्नी भी छीना साहब बैठे ने, जिन्नी भी पुलिस प्रशासन ते दूजा प्रशासन है सारा इस गल लई सपोर्ट करदा है। पहला तो आपां नूं कई कई साल लंघ जांदे सी, आपां आपदा DC नहीं देखिया हुंदा सी, ਤੇ ਹੁਣ ਯੰਗ ਮੁੰਡੇ ਕੁੜੀਆਂ ਅਸੀਂ DC SSP ਲਾਏ ਨੇ ਔਰ ਉਹਨਾਂ ਨੂੰ ਕਿਹਾ ਜਿੱਥੇ ਕਿਤੇ ਸਮੱਸਿਆ ਹੋਵੇ ਤੁਸੀਂ ਆਪ ਜਾਓ, ਤੁਸੀਂ ਸਮੱਸਿਆ ਨੂੰ ਉਡੀਕੋ ਨਾ ਕਿ ਉਹ ਸਾਡੇ ਸੰਗਰੂਰ ਵਾਲੇ ਦਫ਼ਤਰ 'ਚ ਆਊਗੀ। ਜਿੱਥੇ ਸਮੱਸਿਆ ਉੱਥੇ ਆਪ ਜਾਓ, ਆਪ ਜਾ ਕੇ ਹੱਲ ਕਰੋ। ਲੋਕ ਅੱਧਾ ਦੁੱਖ ਤਾਂ ਸੁਣਨ ਨਾਲ ਹੀ ਟੁੱਟ ਜਾਂਦਾ ਵੀ ਸੁਣ ਲਿਆ ਯਾਰ ਸਾਡੇ ਕਿਸੇ ਨੇ, ਇਹ ਤੋਂ ਪਹਿਲਾਂ ਸੁਣਿਆ ਨਹੀਂ ਗਿਆ ਕਿਸੇ। ਸੋ ਕਿਸੇ ਕਿਸਮ ਦੀ ਕੋਈ ਦਿੱਕਤ ਹੈ ਦੱਸੋ, ਹੌਲੀ ਹੌਲੀ ਬਦਲੂਗਾ, ਬਦਲੀ ਜਾਂਦਾ ਹੈ। ਪਰ ਇੰਨਾ ਕਿ ਤਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਤੁਸੀਂ ਦੱਸ ਸਕਦੇ ਹੋ ਕਿ ਥੋੜਾ ਥੋੜਾ ਤਾਂ ਪੌਜ ਹੀ ਤਾਂ ਫੁੱਟਣ ਲੱਗ ਗਈ ਨਾ, ਹੁਣ ਵੀ ਸੂਰਜ ਚੜੂਗਾ ਨਵਾਂ। ਹੁਣ 70 ਸਾਲ ਪੁਰਾਣਾ ਸਿਸਟਮ ਖਰਾਬ ਕੀਤਾ, ਠੀਕ ਕਰਾਂਗੇ। ਇਹ ਕੰਪਨੀਆਂ ਆਉਣਗੀਆਂ, ਇਹ ਕੰਪਨੀਆਂ ਜਾ ਕੇ ਉੱਥੇ ਦੱਸਣਗੀਆਂ, ਹੋਰ ਆਉਣਗੇ। ਫਿਰ ਪਹਿਲਾਂ ਤਾਂ ਕੀ ਕਰਦੇ ਸੀ, ਪਹਿਲਾਂ ਕਿਉਂ ਨਹੀਂ ਆਈਆਂ ਕੰਪਨੀਆਂ, ਫੈਕਟਰੀਆਂ ਹੁਣ ਕਿਉਂ ਆ ਰਹੀਆਂ ਨੇ?
ਪਹਿਲਾਂ ਉਹ ਪੰਜਾਬ ਨਾਲ ਨਹੀਂ ਸਮਝੌਤਾ ਕਰਨ ਆਉਂਦੇ ਸੀ, ਪਰਿਵਾਰ ਨਾਲ ਸਮਝੌਤਾ ਕਰਨ ਆਉਂਦੇ ਸੀ। ਫੈਕਟਰੀ ਵਾਲਾ ਕਹਿੰਦਾ ਸੀ ਮੈਂ ਫੈਕਟਰੀ ਲਾਉਣੀ ਹੈ, ਉਹਨੂੰ ਕਹਿੰਦੇ ਸੀ ਮੇਰੇ ਦੱਸ ਕਿੰਨੇ ਨੇ ਵਿੱਚ, ਉਹ ਕਹਿੰਦੇ ਸੀ ਮੈਂ ਤਾਂ ਜੀ 5000 ਬੰਦੇ ਨੂੰ ਕੰਮ ਦੇ ਦੂੰ, ਉਹ ਕਹਿੰਦਾ ਛੱਡ ਗੋਲੀ ਮਾਰ ਉਹਨਾਂ ਨੂੰ, ਤੂੰ ਮੇਰੇ ਦੱਸ। ਉਹ ਚਲੇ ਜਾਂਦੇ ਸੀ, ਕੋਈ ਮੱਧ ਪ੍ਰਦੇਸ਼, ਕੋਈ ਗੁਜਰਾਤ, ਕਿਤੇ ਚਲੇ ਗਏ। ਹੁਣ ਜਿਹੜੀਆਂ ਫੈਕਟਰੀਆਂ ਨੇ ਉਹ ਪਰਿਵਾਰ ਨਾਲ ਨਹੀਂ, ਹੁਣ ਉਹ ਪੰਜਾਬ ਦੇ ਲੋਕਾਂ ਨਾਲ ਸਮਝੌਤਾ ਕਰਨ ਆਉਂਦੇ ਨੇ ਕਿ ਦੱਸੋ ਜੀ ਕੀ ਚਾਹੀਦਾ ਤੁਹਾਨੂੰ, ਪੰਜਾਬ ਨਾਲ ਸਮਝੌਤਾ ਕਰਨਾ। ਸੋ ਮੈਨੂੰ ਬਹੁਤ ਖੁਸ਼ੀ ਹੈ ਕਿ ਇਹਨਾਂ ਨੇ ਸਾਡੇ ਇਲਾਕੇ ਨੂੰ ਚੁਣਿਆ। ਤੇ ਉਧਰ ਪੰਜਾਬ ਦੇ ਰਾਜਪਾਲ ਤੇ ਸੀਐਮ ਦੇ ਵਿਚਾਲੇ ਫਿਰ ਰੇੜਕਾ ਹੋਰ ਵੱਧ ਰਿਹਾ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇੱਕ ਪੱਤਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਤੁਰੰਤ ਹਟਾਉਣ ਦੇ ਹੁਕਮ ਵੀ ਦੇ ਦਿੱਤੇ ਨੇ। ਇਸ ਪੱਤਰ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਪੀਏਯੂ ਦੇ ਵਾਈਸ ਚਾਂਸਲਰ ਡਾਕਟਰ ਸਤਬੀਰ ਸਿੰਘ ਗੋਸਲ ਦੀ ਨਿਯੁਕਤੀ ਯੂਜੀਸੀ ਦੇ ਨਿਯਮ ਦੇ ਅਨੁਸਾਰ ਨਹੀਂ ਕੀਤੀ ਗਈ। ਉਹਨਾਂ ਇਸ ਨੂੰ ਗੈਰ ਕਾਨੂੰਨੀ ਦੱਸਦੇ ਹੋਏ ਗੋਸਲ ਦੀ ਤੁਰੰਤ ਹਟਵਾਉਣ ਦੇ ਹੁਕਮ ਵੀ ਦੇ ਦਿੱਤੇ ਨੇ। ਤੇ ਉਧਰ ਖੇਤੀਬਾੜੀ ਯੂਨੀਵਰਸਿਟੀ ਦੇ ਵੀਸੀ ਨੂੰ ਹਟਾਉਣ ਦੇ ਹੁਕਮਾਂ ਤੋਂ ਬਾਅਦ ਪੰਜਾਬ 'ਚ ਸਿਆਸਤ ਭਖ ਗਈ ਹੈ। ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਟਵੀਟ ਕੀਤਾ ਹੈ ਕਿ ਇਸ ਵਿੱਚ ਉਹਨਾਂ ਰਾਜਪਾਲ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੰਮਕਾਜ 'ਚ ਦਖਲ ਨਾ ਦੇਣ ਤੇ ਵੀਸੀ ਡਾਕਟਰ ਸਤਬੀਰ ਸਿੰਘ ਗੋਸਲ ਨੂੰ ਹਟਾਉਣ ਸੰਬੰਧੀ ਆਪਣੇ ਫੈਸਲੇ ਤੇ ਦੁਬਾਰਾ ਵਿਚਾਰ ਕਰਨ। ਉਹਨਾਂ ਕਿਹਾ ਕਿ ਪੀਏਯੂ ਦੇ ਬੋਰਡ ਆਫ ਮੈਨੇਜਮੈਂਟ ਵੱਲੋਂ ਵੀਸੀ ਦੀ ਨਿਯੁਕਤੀ ਦੀਆਂ ਤਾਕਤਾਂ ਹਨ। ਇਹ ਨਿਯੁਕਤੀ ਸਿਧਾਂਤਾਂ ਦੇ ਅਨੁਸਾਰ ਹੈ ਤੇ ਇਸ ਦਾ ਸਨਮਾਨ ਕਰਨਾ ਚਾਹੀਦਾ ਹੈ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਵੀ ਰਾਜਪਾਲ ਦੇ ਫੈਸਲੇ ਤੇ ਟਵੀਟ ਕੀਤਾ ਹੈ। ਵੜਿੰਗ ਨੇ ਕਿਹਾ ਹੈ ਕਿ ਰਾਜਪਾਲ ਵੱਲੋਂ ਮਸ਼ਹੂਰ ਵਿਗਿਆਨੀ ਡਾਕਟਰ ਸਤਬੀਰ ਗੋਸਲ ਨੂੰ ਪੀਏਯੂ ਦੇ ਵੀਸੀ ਅਹੁਦੇ ਤੋਂ ਹਟਾਉਣ ਦਾ ਹੁਕਮ ਦਿੱਤਾ ਗਿਆ ਕਿਉਂਕਿ ਰਾਜਪਾਲ ਅਨੁਸਾਰ ਨਿਯੁਕਤੀ ਯੂਜੀਸੀ ਦੇ ਮਾਪਦੰਡਾਂ ਦੀ ਪਾਲਣਾ ਕੀਤੇ ਬਿਨਾਂ ਹੋਈ ਸੀ। ਵੜਿੰਗ ਨੇ ਇਹ ਵੀ ਕਿਹਾ ਕਿ ਇਸ ਲਈ ਸਾਰਾ ਕੁਝ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਰਾਜ ਭਵਨ ਤੇ ਪੰਜਾਬ ਸਰਕਾਰ ਦੇ ਵਿਚਕਾਰ ਰੇੜਕਾ ਸੂਬੇ ਲਈ ਚੰਗਾ ਵੀ ਨਹੀਂ। ਵੀਸੀ ਦੇ ਮਸਲੇ ਤੇ ਹੋ ਰਹੀ ਸਿਆਸਤ ਅਤੇ ਰਾਜਪਾਲ ਸਾਹਿਬ ਦੇ ਦਖਲ ਅੰਦਾਜ਼ੀ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਆਪਣੇ ਕੜੇ ਤੇਵਰ ਦਿਖਾਏ ਗਏ ਨੇ। ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਵੀਸੀ ਦੀ ਨਿਯੁਕਤੀ ਪੂਰੇ ਨਿਯਮਾਂ ਦੇ ਅਨੁਸਾਰ ਕੀਤੀ ਗਈ ਹੈ। ਪੰਜਾਬ ਦੇ ਰਾਜਪਾਲ ਹਰ ਮਸਲੇ ਦੇ ਵਿੱਚ ਦਖਲ ਦੇ ਰਹੇ ਨੇ ਤੇ ਜੋ ਕਿ ਚੰਗਾ ਵੀ ਨਹੀਂ। ਤੇ ਉਹਨਾਂ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਰਾਜਪਾਲ ਨੂੰ ਸਿਆਸਤ ਕਰਨ ਦਾ ਜ਼ਿਆਦਾ ਸ਼ੌਂਕ ਹੈ ਤਾਂ ਉਹਨਾਂ ਨੂੰ ਮੈਦਾਨ ਦੇ ਵਿੱਚ ਆ ਕੇ ਚੋਣ ਲੜਨੀ ਚਾਹੀਦੀ ਹੈ। ਹੋਰ ਕੀ ਕੁਝ ਕਿਹਾ ਕੁਲਦੀਪ ਧਾਲੀਵਾਲ ਜੀ ਨੇ, ਆਓ ਵੀ ਸੁਣਾ ਦਿੰਦੇ ਹਾਂ। ਖੇਤੀਬਾੜੀ ਯੂਨੀਵਰਸਿਟੀ ਇਹ ਹਰਿਆਣਾ ਐਂਡ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਐਕਟ 1970 ਦੇ ਅਧੀਨ ਆਉਂਦੀ ਹੈ। ਇਹ ਯੂਸੀ ਦੇ ਥੱਲੇ ਨਹੀਂ ਆਉਂਦੀ। ਪਹਿਲਾਂ ਤੇ ਗਵਰਨਰ ਸਾਹਿਬ ਨੂੰ ਮੇਰੀ ਬੇਨਤੀ ਹੈ ਕਿ ਉਹ ਇਸ ਕਾਰਵਾਈ ਨੂੰ ਕਰਨ ਤੋਂ ਪਹਿਲਾਂ ਜੋ ਲੁਧਿਆਣਾ ਯੂਨੀਵਰਸਿਟੀ ਦਾ ਐਕਟ ਪੜ੍ਹ ਲੈਂਦੇ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਜਿਸ ਚੀਜ਼ ਦਾ ਉਹਨਾਂ ਦੇ ਦੋਸ਼ ਲਾਇਆ ਉਹਦੇ ਥੱਲੇ ਇਹ ਯੂਨੀਵਰਸਿਟੀ ਨਹੀਂ ਗਈ ਆਉਂਦੀ। ਔਰ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਤੁਸੀਂ ਇਹ ਗੱਲ ਕਹੀ ਕਿ ਗੈਰ ਕਾਨੂੰਨੀ ਹੈ, ਮੈਂ ਤੁਹਾਨੂੰ ਕਹੂੰਗਾ ਕਿ ਜਾਂ ਤਾਂ ਸਾਬਤ ਕਰੋ ਕਿ ਗੈਰ ਕਾਨੂੰਨੀ ਕਿੱਦਾਂ। ਉਹਦੀ ਨਿਯੁਕਤੀ ਤੋਂ ਪਹਿਲਾਂ 1 ਸਾਲ ਲੁਧਿਆਣਾ ਯੂਨੀਵਰਸਿਟੀ ਦਾ ਵੀਸੀ ਦਾ ਅਹੁਦਾ ਜਿਹੜਾ ਖਾਲੀ ਰਿਹਾ। ਜਦੋਂ ਸਾਡੀ ਸਰਕਾਰ ਆਈ, ਜਦੋਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਆਈ ਤੇ ਅਸੀਂ ਉਸੇ ਵੇਲੇ ਜਿਹੜਾ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਕਿੱਦਾਂ ਦਾ ਵਧੀਆ ਵੀਸੀ ਲੱਭਣ ਲਈ ਪ੍ਰੋਪਰ ਚੈਨਲ ਕਾਨੂੰਨੀ ਤੌਰ ਤੇ ਜਿਹੜੀ ਉਹਦੀ ਪੂਰੀ ਕਾਨੂੰਨੀ ਪ੍ਰਕਿਰਿਆ ਉਹਦੀ ਨਿਯੁਕਤੀ ਜਿੱਦਾਂ ਪਹਿਲਾਂ ਹੁੰਦੀ ਆਈ ਹੈ ਉਸੇ ਤਰ੍ਹਾਂ ਪਹਿਲਾਂ ਚੀਫ ਸੈਕਟਰੀ ਦੀ ਅਗਵਾਈ ਦੇ ਵਿੱਚ ਇੱਕ 3 ਮੈਂਬਰੀ ਕਮੇਟੀ ਨੇ 3 ਨਾਂ ਸਿਲੈਕਟ ਕੀਤੇ। ਫਿਰ ਉਹ ਨਾਂ ਜਿਹੜੇ ਉਹ ਯੂਨੀਵਰਸਿਟੀ ਦੇ ਜਿਹੜਾ ਸਾਡਾ ਯੂਨੀਵਰਸਿਟੀ ਦਾ ਬੋਰਡ ਹੈ, ਲੁਧਿਆਣਾ ਯੂਨੀਵਰਸਿਟੀ ਦਾ ਬੋਰਡ ਦੇ ਵਿੱਚ ਭੇਜੇ। ਫਿਰ ਬੋਰਡ ਨੇ ਉਹ ਨਿਯੁਕਤੀ ਕੀਤੀ। ਉਹ ਬੋਰਡ ਦੀ ਮੀਟਿੰਗ ਜਿਹੜੀ ਪੰਜਾਬ ਦੇ ਚੀਫ ਸੈਕਟਰੀ ਜਿਹੜਾ ਉਹ ਬੋਰਡ ਦਾ ਮੁਖੀ ਹੁੰਦਾ ਉਹਦੀ ਅਗਵਾਈ 'ਚ ਉਹ ਮੀਟਿੰਗ ਹੋਈ। ਪੂਰੀ ਕਾਨੂੰਨੀ ਪ੍ਰਕਿਰਿਆ ਕੀਤੀ ਗਈ, ਕਿਤੇ ਵੀ ਕੋਈ ਮਿਸਟੇਕ ਨਹੀਂ ਕੀਤੀ ਗਈ।
ਪਰ ਕੱਲ ਜਦੋਂ ਦਿੱਲੀ ਦੇ ਵਿੱਚ ਤੁਸੀਂ ਸਭ ਲੋਕਾਂ ਨੇ ਦੇਖਿਆ, ਦੁਨੀਆ ਭਰ ਦੇ ਲੋਕਾਂ ਨੇ ਦੇਖਿਆ, ਸਾਰੇ ਭਾਰਤ ਵਾਸੀਆਂ ਨੇ ਦੇਖਿਆ ਕਿ ਕੱਲ ਜੋ ਕੁਝ ਦਿੱਲੀ ਦੇ ਵਿੱਚ ਬੀਜੇਪੀ ਨੇ ਕੀਤਾ ਸੀਬੀਆਈ ਦੇ ਰਾਹੀਂ, ਸਾਡੇ ਬਹੁਤ ਮਾਨਯੋਗ ਏਸ਼ੀਆ ਦੇ ਸਭ ਤੋਂ ਵਧੀਆ ਐਜੂਕੇਸ਼ਨ ਮਿਨਿਸਟਰ, ਉਹਨਾਂ ਨੂੰ ਜਿਸ ਤਰ੍ਹਾਂ 9 ਘੰਟੇ ਉਹਨਾਂ ਦੀ ਪੁੱਛਗਿੱਛ ਕੀਤੀ ਗਈ, ਜਿਸ ਤਰ੍ਹਾਂ ਉਹਨਾਂ ਨੂੰ ਇੱਕ ਝੂਠੇ ਕੇਸ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਔਰ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਾਨੂੰ ਅੱਜ ਲੱਗਦਾ ਸੀਗਾ ਕਿ ਪੰਜਾਬ 'ਚ ਵੀ ਕੁਝ ਕਰਨਗੇ, ਪੰਜਾਬ 'ਚ ਵੀ ਕੋਈ ਨਾ ਕੋਈ ਕਾਰਵਾਈ ਕਰਨਗੇ, ਕਿਉਂਕਿ ਗੁਜਰਾਤ ਦੀਆਂ ਚੋਣਾਂ ਕਰਕੇ ਉਹ ਦਿੱਲੀ ਤੇ ਪੰਜਾਬ 'ਚ ਸਾਨੂੰ ਲਗਾਤਾਰ ਪਰੇਸ਼ਾਨ ਕਰ ਰਹੇ ਆ। ਔਰ ਜੋ ਕੁਝ ਅੱਜ ਗਵਰਨਰ ਨੇ ਕੀਤਾ, ਮੈਂ ਗਵਰਨਰ ਸਾਹਿਬ ਨੂੰ ਕਹੂੰਗਾ ਕਿ ਉਹ ਪੰਜਾਬ ਦੇ ਇਤਿਹਾਸ ਨੂੰ ਚੰਗੀ ਤਰ੍ਹਾਂ ਪੜ੍ਹ ਲੈਣ। ਉਹ ਦਿੱਲੀ ਦੇ ਬੀਜੇਪੀ ਦੇ ਹੈੱਡਕੁਆਟਰ ਤੋਂ ਆਈਆਂ ਲੈਟਰਾਂ ਨੂੰ ਉਹ ਇਦਾਂ ਨਾ ਕਰਨ ਕਿ ਜੋ ਮਰਜ਼ੀ ਤੁਸੀਂ ਇੱਥੇ ਕਹਿ ਦਿਓ ਕਿ ਗੈਰ ਕਾਨੂੰਨੀ ਹੈ ਜੀ, ਇਹ ਗਲਤ ਹੈ ਜੀ। ਪਹਿਲਾਂ ਤੁਹਾਨੂੰ ਪੜ੍ਹਨਾ ਚਾਹੀਦਾ ਸਰ ਕਿ ਤੁਸੀਂ ਜਿਹੜੀ ਯੂਨੀਵਰਸਿਟੀ ਨੂੰ, ਜਿਹੜਾ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੇ ਅੰਡਰ ਕਹਿ ਰਹੇ ਹੋ, ਉਹ ਇਹਦੇ ਤੇ ਲਾਗੂ ਨਹੀਂ ਹੁੰਦਾ। ਗਵਰਨਰ ਸਾਹਿਬ, ਮੈਂ ਤੁਹਾਨੂੰ ਇਹ ਕਹਿਣਾ ਚਾਹੂੰਗਾ ਕਿ ਜੋ ਤੁਸੀਂ ਕਾਰਵਾਈ ਕੀਤੀ ਹੈ, ਇਹ ਤੁਹਾਨੂੰ ਬੀਜੇਪੀ ਦੇ ਹੈੱਡਕੁਆਟਰ ਤੋਂ, ਬੀਜੇਪੀ ਦੇ ਲੀਡਰਾਂ ਤੋਂ ਤੁਹਾਨੂੰ ਜਿਹੜੀ ਹਦਾਇਤ ਹੋਈ, ਜਿੱਦਾਂ ਦੀ ਲੈਟਰ ਉਹਨਾਂ ਨੇ ਘੱਲਤੀ, ਤੁਹਾਨੂੰ ਪਤਾ ਨਹੀਂ ਲੱਗਾ ਕਿ ਜਿਹੜੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਚੰਡੀਗੜ੍ਹ ਯੂਨੀਵਰਸਿਟੀ ਦੇ ਉੱਤੇ ਕਿਹੜੇ ਨਿਯਮ ਲਾਗੂ ਹੁੰਦੇ ਆ ਤੇ ਲੁਧਿਆਣਾ ਯੂਨੀਵਰਸਿਟੀ ਦੇ ਉੱਤੇ ਕਿਹੜੇ ਨਿਯਮ ਲਾਗੂ ਹੁੰਦੇ ਆ। ਸਾਨੂੰ ਇਹ ਦੱਸਿਆ ਜਾਵੇ, ਕਲੀਅਰ ਕੀਤਾ ਜਾਵੇ। ਮੇਰੀ ਮੰਗ ਹੈ ਐਜ਼ ਏ ਖੇਤੀਬਾੜੀ ਮਿਨਿਸਟਰ ਕਿ ਗਵਰਨਰ ਦੀ ਜਿਹੜੀ ਉਹਨਾਂ ਨੇ ਕਾਰਵਾਈ ਕੀਤੀ ਹੈ, ਗਵਰਨਰ ਸਾਹਿਬ ਨੂੰ ਪੰਜਾਬੀਆਂ ਤੋਂ ਮਾਫੀ ਮੰਗਣੀ ਚਾਹੀਦੀ ਹੈ। ਗੈਰ ਕਾਨੂੰਨੀ ਉਹਨਾਂ ਦੀ ਕਾਰਵਾਈ ਹੈ, ਇਹ ਗੈਰ ਕਾਨੂੰਨੀ ਕਾਰਵਾਈ ਪੰਜਾਬ ਸਰਕਾਰ ਜਿਹੜੀ ਹੈ ਇਹ ਬਰਦਾਸ਼ਤ ਨਹੀਂ ਕਰੂਗੀ। ਸਾਡੇ ਕੰਮਾਂ ਦੇ ਵਿੱਚ ਇਦਾਂ ਦੀ ਦਖਲਅੰਦਾਜ਼ੀ, ਬਿਨਾਂ ਕਿਸੇ ਗੱਲ ਤੋਂ ਪਰੇਸ਼ਾਨ ਕਰਨ ਦੀ ਦਖਲਅੰਦਾਜ਼ੀ ਜਿਹੜੀ ਆ ਉਹ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਔਰ ਮੇਰੀ ਗਵਰਨਰ ਸਾਹਿਬ ਦੇ ਸਲਾਹ, ਮੈਂ ਤੁਹਾਡੇ ਰਾਹੀਂ ਉਹਨਾਂ ਨੂੰ ਇਹ ਬੇਨਤੀ ਕਰੂੰਗਾ ਕਿ ਜੇ ਤੁਸੀਂ ਇੰਨੀ ਪੋਲਿਟਿਕਸ ਕਰਨੀ ਹੈ, ਤੁਸੀਂ ਜਿਹੜਾ ਸੰਵਿਧਾਨਕ ਤੁਹਾਡਾ ਅਹੁਦਾ, ਤੁਸੀਂ ਉਹਦੀ ਮਾਨ ਮਰਿਆਦਾ ਦੀ ਵੀ ਉਲੰਘਣਾ ਕਰ ਰਹੇ ਹੋ। ਗਵਰਨਰਸ਼ਿਪ ਦਾ ਜਿਹੜਾ ਅਹੁਦਾ, ਤੁਸੀਂ ਉਹਦੀ ਮਾਨ ਮਰਿਆਦਾ ਦੀ ਜੇ ਇਦਾਂ ਹੀ ਵਾਰ-ਵਾਰ ਉਲੰਘਣਾ ਕਰਦੀ ਹੈ ਤੇ ਸਰ ਤੁਸੀਂ ਬੀਜੇਪੀ ਸ਼ਾਮਲ ਹੋ ਜਾਓ। ਬੀਜੇਪੀ ਹਿੰਦੁਸਤਾਨ ਦੇ ਵਿੱਚ ਬੜਾ ਕੂੜਾ ਕਰਕਟ ਇਕੱਠਾ ਕਰ ਰਹੀ ਹੈ। ਤੁਸੀਂ ਤੇ ਚੰਗੇ ਭਲੇ ਜੇ ਗਵਰਨਰ ਦੇ ਛੱਡ ਕੇ ਜੇ ਤੁਹਾਨੂੰ ਇੰਨਾ ਸ਼ੌਕ ਹੀ ਹੈ ਤੇ ਤੁਸੀਂ ਆਓ, ਗੁਜਰਾਤ ਦੇ ਵਿੱਚ ਇਲੈਕਸ਼ਨ ਹੈ, ਹਿਮਾਚਲ ਦੇ ਵਿੱਚ ਇਲੈਕਸ਼ਨ ਹੈ, ਪੰਜਾਬ 'ਚ ਪੋਲਿਟਿਕਸ ਕਰਨੀ, ਪੰਜਾਬ 'ਚ ਆਓ, ਪਰ ਆਹ ਕੰਮ ਨਾ ਕਰੋ। ਕਿ ਜਿਹੜੀ ਚਿੱਠੀ ਗਵਰਨਰ ਸਾਹਿਬ ਨੇ ਲਿਖੀ ਹੈ ਇਹ ਇਲੀਗਲ ਹੈ, ਜਾਂ ਤੇ ਉਹਨਾਂ ਦੇ ਸਲਾਹਕਾਰਾਂ ਨੇ ਉਹਨਾਂ ਨੂੰ ਸਹੀ ਸਲਾਹ ਨਹੀਂ ਦਿੱਤੀ, ਜਾਂ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਆਨਰੇਬਲ ਗਵਰਨਰ ਸਾਹਿਬ ਜਿਹੜਾ ਆ ਇੱਕ ਚੁਣੀ ਹੋਈ ਸਰਕਾਰ ਦੇ ਕੰਮਕਾਜ 'ਚ ਦਖਲ ਅੰਦਾਜ਼ੀ ਅਨਐਥੀਕਲ ਤਰੀਕੇ ਨਾਲ, ਅਨਕਨਸਟੀਟਿਊਸ਼ਨਲ ਤਰੀਕੇ ਨਾਲ ਕਰ ਰਹੇ ਆ। ਔਰ ਮੈਂ ਵਾਈਸ ਚਾਂਸਲਰ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਅਪਾਇੰਟਿੰਗ ਅਥਾਰਟੀ ਬੋਰਡ ਆਫ ਮੈਨੇਜਮੈਂਟ ਹੈ, ਐਂਡ ਹਰਿਆਣਾ ਐਂਡ ਪੰਜਾਬ ਐਗਰੀਕਲਚਰ ਐਕਟ 1970 ਸੈਕਸ਼ਨ 50 ਨੇ ਇਜਾਜ਼ਤ ਦਿੰਦਾ ਹੈ ਕਿ ਬੋਰਡ ਆਫ ਮੈਂਬਰਸ ਯੂਨੈਨਿਮਸਲੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਅਪਾਇੰਟਮੈਂਟ ਕਰਨਗੇ। ਇਹਦੇ ਚ ਕਿਸੇ ਤਰ੍ਹਾਂ ਦੀ ਕਿਸੇ ਚਾਂਸਲਰ ਕੋ ਕੋਈ ਅਪਰੂਵਲ ਲੈਣ ਦੀ ਲੋੜ ਨਹੀਂ। ਤਾਂ ਹੀ ਮੈਂ ਕਿਹਾ ਨਾ ਹੀ ਗਵਰਨਰ ਸਾਹਿਬ ਅਪਾਇੰਟਿੰਗ ਅਥਾਰਟੀ ਹੈ, ਨਾ ਹੀ ਅਪਰੂਵਲ ਅਥਾਰਟੀ ਹੈ। ਫਿਰ ਉਹ ਕਹਿੰਦੇ ਆ ਗਵਰਨਰ ਸਾਹਿਬ ਇੱਕ ਹੋਰ ਬਹੁਤ ਹੀ ਇਲੀਗਲ ਨਿਰਦੇਸ਼ ਜਾਰੀ ਕਰਦੇ ਆ ਪੰਜਾਬ ਸਰਕਾਰ ਨੂੰ। The charge of the Vice Chancellor PAU may be handed over to Administrative Secretary of the Agriculture Department। ਇੱਥੇ ਵੀ ਪੰਜਾਬ ਦੇ ਮਾਨਯੋਗ ਗਵਰਨਰ ਸਾਹਿਬ ਬਿਲਕੁਲ ਗਲਤ ਹੈ। According to Section 15 Haryana and Punjab Agriculture Act 1970 Section 15 Subsection 5 ਇਹ ਕਹਿੰਦਾ ਹੈ ਕਿ ਅਗਰ PAU ਚ ਵਾਈਸ ਚਾਂਸਲਰ ਦੀ ਜਿੰਨਾ ਚਿਰ ਪਰਮਾਨੈਂਟ ਅਪਾਇੰਟਮੈਂਟ ਨਹੀਂ ਵੀ ਹੁੰਦੀ ਤੇ ਬੋਰਡ ਆਫ ਮੈਂਬਰਸ ਜਾਂ ਤੇ ਐਕਟਿੰਗ ਵਾਈਸ ਚਾਂਸਲਰ ਅਪਾਇੰਟ ਕਰਨਗੇ ਜਾਂ
पंजाब एग्रीकल्चर यूनिवर्सिटी के रजिस्ट्रार को उन्हां दा चार्ज रहेगा। सो मैनू ये गल ते हैरानी हो रही है और किते ना किते ऑनरेबल गवर्नर साहब का जिहड़ा रवैया है बड़ा पक्षपात पूर्ण है कि पार्टिकुलर किसी एक परसन वास्ते उन्होंने जिस तरीके नाल निर्देश जारी किए हैं कि उन्होंने चार्ज दिता जाए, यह भी किते ना किते अनकॉन्स्टिट्यूशनल है। और यह लगता है भी गवर्नर साहब निजी कोई इंटरस्ट लैके इलीगल तरीके नाल, एक एक शब्द मैं तुहानू दसना चाहुंदा, इहदा मतलब है इलीगल तरीके नाल पंजाब एग्रीकल्चर यूनिवर्सिटी के कार्यकार नूं प्रभावित करना चाहुंदे हैं। मैं गवर्नर साहब ऑनरेबल गवर्नर है, साडे सत्कारयोग गवर्नर है, लेकिन उन्हां दीयां अपनियां लिमिटेशन है, सीमावां है। पंजाब एग्रीकल्चर यूनिवर्सिटी के मामले उन्हां दा रोल अलग है, गुरु नानक देव यूनिवर्सिटी के मामले अलग है, और पंजाब एग्रीकल्चर यूनिवर्सिटी के मामले गवर्नर साहब ओनली कन्वोकेशन नूं प्रोसाइड कर सकते हैं, ना किसी वाइस चांसलर नूं अपॉइंट कर सकते हैं, ना रिमूव कर सकते। इस करके इन्हां दा जिहड़ा ये लैटर है ये अनकॉन्स्टिट्यूशनल इलीगल है। ਤੇ ਉਧਰ ਸ਼੍ਰੋਮਣੀ ਕਮੇਟੀ ਨੇ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਦੇ ਖਿਲਾਫ ਨਜ਼ਰਸ਼ਾਨੀ ਪਟੀਸ਼ਨ ਦਾਇਰ ਕੀਤੀ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਸਾਲਾਨਾ ਚੋਣ ਵਾਸਤੇ ਵੀ ਜਨਰਲ ਇਜਲਾਸ 9 ਨਵੰਬਰ ਨੂੰ ਸੱਦਿਆ ਗਿਆ ਹੈ। ਇਹ ਖੁਲਾਸਾ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤਾ। ਇਸ ਤੋਂ ਪਹਿਲਾਂ ਉਹਨਾਂ ਧਰਮ ਪ੍ਰਚਾਰ ਕਮੇਟੀ ਦੀ ਮੀਟਿੰਗ ਵੀ ਕੀਤੀ। ਐਡਵੋਕੇਟ ਧਾਮੀ ਨੇ ਦੱਸਿਆ ਕਿ ਸੁਪਰੀਮ ਕੋਰਟ ਵੱਲੋਂ ਹਰਿਆਣਾ ਦੇ ਵਿੱਚ ਵੱਖਰੀ ਗੁਰਦੁਆਰਾ ਕਮੇਟੀ ਐਕਟ ਨੂੰ ਮਾਨਤਾ ਦੇਣ ਦੇ ਫੈਸਲੇ ਦੇ ਖਿਲਾਫ ਸ਼੍ਰੋਮਣੀ ਕਮੇਟੀ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਨਜ਼ਰਸ਼ਾਨੀ ਪਟੀਸ਼ਨ ਦਾਇਰ ਕਰ ਦਿੱਤੀ ਗਈ ਹੈ। ਸ਼੍ਰੋਮਣੀ ਕਮੇਟੀ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਹਰਿਆਣਾ ਦੇ ਮੈਂਬਰ ਹਰਭਜਨ ਸਿੰਘ ਸਮਾਣਾ ਵੱਲੋਂ ਵੀ ਨਜ਼ਰਸ਼ਾਨੀ ਪਟੀਸ਼ਨ ਦਾਇਰ ਕੀਤੀ ਗਈ ਹੈ। ਉਹਨਾਂ ਦੱਸਿਆ ਕਿ 27 ਅਕਤੂਬਰ ਨੂੰ ਦਰਬਾਰ ਸਾਹਿਬ ਸਮੂਹ ਦੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਸ਼ਹੀਦੀ ਸਾਕਾ ਪੰਜਾ ਸਾਹਿਬ ਦੇ ਸ਼ਤਾਬਦੀ ਸਮਾਗਮ ਸੰਬੰਧੀ ਹੋਣ ਵਾਲੇ ਸਮਾਗਮ ਦੇ ਵਿੱਚ ਵੀ ਜਨਤਕ ਤੌਰ ਤੇ ਇਹ ਸਾਰੇ ਮਸਲੇ ਵਿਚਾਰੇ ਜਾਣਗੇ। ਹੋਰ ਕੀ ਕੁਝ ਉਹਨਾਂ ਨੇ ਦੱਸਿਆ, ਆਓ ਤੁਹਾਨੂੰ ਸੁਣਾ ਦਿੰਦੇ ਹਾਂ। ਦੂਜਾ ਅਸੀਂ ਪ੍ਰੋਗਰਾਮ ਇੱਕ ਲਿਖਿਆ ਸੀ, ਪਰ ਉਹ ਸਾਡੀ ਸ਼ਤਾਬਦੀ ਆਉਣ ਕਰਕੇ ਪੰਜਾ ਸਾਹਿਬ ਦੀ ਉਹ ਅਸੀਂ ਹਾਲ ਦੀ ਘੜੀ ਰੋਕਿਆ। ਉਹ ਤੁਹਾਨੂੰ 27 29 30 ਤੋਂ ਬਾਅਦ ਫਿਰ ਦੇਵਾਂਗੇ। ਜਿਹੜੀ 27 ਤਰੀਕ ਨੂੰ 26 ਤੇ 27 ਤਰੀਕ ਨੂੰ ਦੋ ਵੱਡੇ ਸਮਾਗਮ ਹੋਣ ਜਾ ਰਹੇ ਆ, ਉਹ ਪੰਜਾ ਸਾਹਿਬ ਦੇ ਸ਼ਹੀਦਾਂ ਦੇ ਵਿੱਚ। ਉਹਦੇ ਵਿੱਚ 26 ਤਰੀਕ ਨੂੰ ਸਾਡੇ ਸਾਰੇ ਦੇ ਸਾਰੇ ਵਿਦਿਆਰਥੀ 100 ਦੇ ਰੂਪ ਦੇ ਵਿੱਚ ਉਹ ਇੱਥੇ ਤਾਂਤਨੀ ਸਾਜ਼ਾਂ ਨਾਲ ਕੀਰਤਨ ਕਰਨਗੇ ਸਾਰੀ ਦਿਹਾੜੀ। 27 ਤਰੀਕ ਨੂੰ ਫਿਰ ਇੱਕ ਵੱਡਾ ਇਕੱਠ, ਉਹ ਨਾਂ ਦਾ ਨਹੀਂ ਹੋਊਗਾ, ਉਹ ਵੱਡਾ ਇਕੱਠ ਅਸੀਂ ਸਮੂਹਿਕ ਤੌਰ ਤੇ ਸਾਰੇ ਪੰਥ ਦਰਦੀਆਂ ਨੂੰ ਇਹ ਬੇਨਤੀ ਕੀਤੀ ਆ, ਵੱਖ-ਵੱਖ ਸਿੱਖ ਜਥੇਬੰਦੀਆਂ ਨੂੰ ਵੀ ਬੇਨਤੀ ਕੀਤੀ ਆ ਕਿ ਆਪਾਂ ਜਿੱਥੇ ਉਹ ਆਪਾਂ ਇੱਕ ਪੰਜਾ ਸਾਹਿਬ ਦਾ ਸ਼ਤਾਬਦੀ ਮਨਾਉਣੀ ਆ, ਉੱਥੇ ਬੰਦੀ ਸਿੰਘਾਂ ਦੀ ਰਿਹਾਈ ਤੇ ਨਾਲ ਦੀ ਨਾਲ ਹਰਿਆਣਾ ਵੱਖਰੀ ਕਮੇਟੀ ਬਣਾਉਣ ਦਾ ਜਿਹੜਾ ਸਾਡੇ ਵਿੱਚ ਰੋਸ ਆ ਵੱਡਾ ਮਨਾਂ 'ਚ, ਉਹ ਉਹਨਾਂ ਨੂੰ ਸਮਰਪਿਤ ਹੋਊਗੀ। ਔਰ ਉਹ ਵੱਡੇ ਪੱਧਰ ਦੇ ਉੱਤੇ 27 ਤਰੀਕ ਨੂੰ ਇੱਥੇ ਫਿਰ ਵੱਡਾ ਪ੍ਰੋਗਰਾਮ ਮੰਜੀ ਹਾਲ ਦੀਵਾਨ ਹਾਲ ਦੇ ਵਿੱਚ ਅਗਾਂਹ ਦਾ ਜਿਹੜਾ ਉਹ ਫਿਰ ਲਿਖਿਆ ਜਾਊਗਾ। ਉਹ ਸਾਨੂੰ ਉਦੋਂ ਫਿਰ ਸਾਰਾ ਇਹ ਬੇਨਤੀ ਕਰਾਂਗੇ। ਸਮੁੱਚੇ ਤੌਰ ਤੇ ਪੰਥਕ ਜਥੇਬੰਦੀਆਂ ਤੇ ਸ਼੍ਰੋਮਣੀ ਅਕਾਲੀ ਦਲ ਸਵਾਰਿਆਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਉਹਦੇ ਵਿੱਚ ਪਹੁੰਚਣ, ਤਾਂ ਕਿ ਆਪਾਂ ਇਹ ਦੋਏ ਤਿੰਨੇ ਕਾਰਜ ਜਿਹੜੇ ਸਾਡੇ ਉਹ ਮਹਾਨ ਸ਼ਹੀਦਾਂ ਨੂੰ ਅਸੀਂ ਯਾਦ ਵੀ ਕਰਾਂਗੇ ਸ਼ਤਾਬਦੀ ਦੇ ਰੂਪ ਦੇ ਵਿੱਚ, ਤੇ ਨਾਲ ਦੀ ਨਾਲ ਬੰਦੀ ਸਿੰਘਾਂ ਦੇ ਉਹਨਾਂ ਮਸਲਿਆਂ ਬਾਬਤ। ਤੇ ਮੈਂ ਇੱਕ ਹੋਰ ਤੁਹਾਨੂੰ ਬੇਨਤੀ ਕਰਦੇ ਹਾਂ, ਇੱਕ 5 ਮੈਂਬਰੀ ਵਕੀਲਾਂ ਦੀ ਕਮੇਟੀ ਵੀ ਅੱਜ ਅਸੀਂ ਬਣਾਉਣ ਦਾ ਐਲਾਨ ਕੀਤਾ, ਜਿਹਦੇ ਨਾਂ ਤੁਹਾਨੂੰ ਮੈਂ ਅੱਜ ਇੱਕ ਨਾਂ ਸਾਡਾ ਰਹਿ ਗਿਆ ਸੀ, ਉਹ ਬੰਦੀ ਸਿੰਘਾਂ ਦੀ ਰਿਹਾਈ ਲਈ 5 ਮੈਂਬਰੀ ਕਮੇਟੀ ਸੀਨੀਅਰ ਵਕੀਲਾਂ ਦੀ, ਉਹ ਇਹਨਾਂ ਕੇਸਾਂ ਦੀ ਪੈਰਵਾਈ ਵੀ ਕਰੂਗੀ। ਪੈਰਵਾਈ ਉਹ ਆਲਰੇਡੀ ਕਰ ਰਹੇ ਆ। ਸ਼੍ਰੋਮਣੀ ਕਮੇਟੀ ਆਪਣਾ ਪੂਰਨ ਤੌਰ ਤੇ ਸਹਿਯੋਗ ਕਰੂਗੀ। ਔਰ
ਇੱਕ ਕਿਉਂਕਿ ਹੁਣ ਸਾਡੇ ਕੋਲ ਸਮਾਂ ਘੱਟ ਰਹਿ ਗਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਵਿਦਵਾਨਾਂ ਤੇ ਸਿੱਖ ਵਕੀਲਾਂ ਦੀ ਇੱਕ ਵੱਡੀ ਮੀਟਿੰਗ ਚਾਹੇ ਚੰਡੀਗੜ੍ਹ ਜਾਂ ਇੱਥੇ ਮੰਜੀ ਹਾਲ ਦੀਵਾਨ ਹਾਲ ਦੇ ਵਿੱਚ ਜਿਹੜੀ ਆ ਉਹ ਕੀਤੀ ਜਾਊਗੀ। ਉਹ ਤੋਂ ਇਲਾਵਾ ਇੱਕ ਮੈਂ ਤੁਹਾਡੇ ਧਿਆਨ 'ਚ ਹੋਰ ਚੇਚਾ ਤੌਰ ਤੇ ਲਿਆਉਣਾ ਚਾਹੁੰਦਾ, ਕਈ ਸਾਡੇ ਪ੍ਰੈਸ ਵਾਲੇ ਵੀਰ ਵੀ ਤੇ ਹਰਿਆਣੇ ਵਾਲੇ ਵੀ ਉਹ ਕਈ ਵਾਰੀ ਕਹਿੰਦੇ ਜੀ ਇਹਨਾਂ ਦਾ ਤਾਂ ਗੋਲਕਾਂ ਦਾ ਝਗੜਾ, ਇਹਨਾਂ ਦਾ ਚੌਧਰ ਦਾ ਝਗੜਾ। ਮੈਂ ਅੱਜ ਵੀ ਕਹਿੰਦਾ ਨਾ ਸਾਡਾ ਗੋਲਕਾਂ ਦਾ ਝਗੜਾ, ਨਾ ਸਾਡਾ ਭਰਾਵਾਂ ਦਾ ਝਗੜਾ ਭਰਾ ਮਾਰੂ ਜੰਗ ਦਾ ਆ, ਜਿਹਦੇ ਵਿੱਚ ਅੱਜ ਸਰਕਾਰ ਸਫਲ ਹੁੰਦੀ ਦੀਦੀ ਆ ਕਿ ਅੱਜ ਭਰਾਵਾਂ ਦੇ ਨਾਲ ਹੀ ਹਰਿਆਣੇ ਦੇ ਵਿੱਚ ਸਿੱਖ 4-5 ਥਾਂ ਤੇ ਹੋ ਗਏ। ਤੇ ਉਹਨਾਂ ਨੂੰ ਵੀ ਅਸੀਂ ਬੇਨਤੀ ਕੀਤੀ ਆ ਕਿ ਤੁਸੀਂ ਸ੍ਰੀ ਅਕਾਲ ਤਖਤ ਦੀ ਸ਼ਰਨ ਚ ਆਵੋ। ਇਹ ਇੱਥੇ ਕਈ ਵਾਰੀ ਚੀਫ ਖਾਲਸਾ ਦੀਵਾਨ ਦੇ ਵੀ ਝਗੜੇ ਪੈ ਜਾਂਦੇ ਆ, ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਤਾਬਿਆ ਆਉਂਦੇ ਆ। ਇੱਥੇ ਆਵੋ, ਅਕਾਲ ਤਖਤ ਸਾਹਿਬ ਦੇ ਸਨਮੁਖ ਹੋਈਏ, ਭਾਵੇਂ ਗੁਰੂ ਸਾਹਿਬ ਦੀ ਕਿਰਪਾ ਤੇ ਬਖਸ਼ਿਸ਼ ਸਾਰਿਆਂ ਦੇ ਉੱਤੇ ਹੋ ਜਾਊਗੀ ਤੇ ਉੱਥੇ ਆਪਾਂ ਇਕੱਤਰ ਹੋ ਕੇ ਇਹਨਾਂ ਮਸਲਿਆਂ ਦਾ ਹੱਲ ਕੱਢੀਏ, ਨਾ ਕਿ ਕੌਮ ਆਪੋ ਵਿੱਚ ਹੀ ਪਾਟੋ ਧਾੜ ਹੋਵੇ। ਆ ਮੇਰੇ ਕੋਲ 19-20 ਤੇ 21-22 ਦੇ ਆ ਮੇਰੇ ਕੋਲ ਪਏ ਆ, ਜੇ ਤੁਸੀਂ ਲੈਣੇ ਹੁਣ ਮੈਂ ਤੁਹਾਨੂੰ ਦੇ ਵੀ ਸਕਦਾ। ਇਹਦੇ ਵਿੱਚ ਅਸੀਂ ਹਰਿਆਣੇ ਤੋਂ ਕੇਵਲ 40 ਕਰੋੜ ਰੁਪਈਆ ਸਾਨੂੰ ਆਇਆ 2 ਸਾਲਾਂ 'ਚ, ਦਸਵੰਧ, ਧਾਰਮਿਕ ਫੰਡ ਤੇ ਵਿਦਿਆ ਫੰਡ। ਤੇ ਅਸੀਂ ਇਹਦੇ ਵਿੱਚੋਂ 28 ਕਰੋੜ ਰੁਪਈਆ ਉਹਨਾਂ ਨੂੰ ਮਾਤਾ ਸੁੰਦਰੀ ਕਾਲਜ, ਸ੍ਰੀ ਗੁਰੂ ਹਰਕ੍ਰਿਸ਼ਨ ਕਾਲਜ, ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਕਪਾਲ ਮੋਚਨ, ਸੰਤ ਮੋਹਨ ਸਿੰਘ ਮਤਵਾਲਾ, ਗੁਰੂ ਤੇਗ ਬਹਾਦਰ ਪਬਲਿਕ ਸਕੂਲ, ਮੀਰੀ ਪੀਰੀ ਇੰਸਟੀਚਿਊਟ, ਜਿਹਨੂੰ 8 ਕਰੋੜ ਰੁਪਈਆ ਸਾਲ ਦਾ ਅਸੀਂ ਲਗਾਤਾਰ ਦੇ ਰਹੇ ਹਾਂ, ਹਾਲੇ ਵੀ ਚੱਲ ਰਿਹਾ। ਸਭ ਤੋਂ ਆਖਰੀ ਜਿਹੜਾ ਮੈਂ ਤੁਹਾਡੇ ਨਾਲ ਹੁਣ ਸਾਂਝ ਲੱਗਾ ਕਰਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਦੀ ਚੋਣ, ਅਹੁਦੇਦਾਰਾਂ ਦੀ ਚੋਣ 9 ਨਵੰਬਰ ਨੂੰ 1 ਵਜੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੋਊਗੀ। ਸੋ ਇੰਨੀਆਂ ਕਿ ਬੇਨਤੀਆਂ ਜਿਹੜੀਆਂ ਸਾਡੀਆਂ ਤੁਸੀਂ ਪ੍ਰਵਾਨ ਕਰ ਲੈਣੀਆਂ। 9 ਨਵੰਬਰ 1 ਵਜੇ ਉਹ ਅਹੁਦੇਦਾਰਾਂ ਦੀ ਤੇ ਪ੍ਰਧਾਨ ਦੀ ਜਿਹੜੀ ਉਹ ਚੋਣ ਹੋਊਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਨਰਲ ਹਸਤੇ ਮੈਂਬਰ ਸੱਦੇ ਸੀ, ਇੱਕ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਧਾਰਮਿਕ ਉਹ ਜਥੇਦਾਰ ਸਾਹਿਬ ਦਾ ਸਾਨੂੰ ਚਿੱਠੀ ਮੁੜ ਕੇ ਆਈ ਆ ਵੀ ਤੁਸੀਂ ਆਪਣੇ ਤੌਰ ਤੇ ਪਹਿਲਾਂ ਵਿਦਵਾਨਾਂ ਦੀ ਤੇ ਵਕੀਲਾਂ ਦੀ ਮੀਟਿੰਗ ਸੱਦੋ, ਉਹ ਤੋਂ ਬਾਅਦ ਫਿਰ ਅਸੀਂ ਬੈਠ ਕੇ ਵਿਚਾਰਾਂਗੇ। ਇੱਕ ਪ੍ਰਧਾਨ ਮੰਤਰੀ ਨੂੰ ਤੇ ਗ੍ਰਹਿ ਮੰਤਰੀ ਨੂੰ ਚਿੱਠੀ ਲਿਖਣੀ ਸੀ ਹਰਿਆਣਾ ਕਮੇਟੀ ਦੇ ਮਾਮਲੇ ਦੇ ਵਿੱਚ। ਅਸੀਂ ਸਾਰੀਆਂ ਲਿਖ ਚੁੱਕੇ ਹਾਂ। ਅਸੀਂ ਉਹਨਾਂ ਨੂੰ ਇਹ ਲਿਖੀ ਆ ਵੀ ਤੁਸੀਂ ਰਿਵਿਊ ਪਟੀਸ਼ਨਾਂ ਪਾਓ। ਜੇ ਤੁਸੀਂ ਜਿਹੜਾ ਕੇਸ ਪਲੀਡ ਕੀਤਾ, ਜੇ ਤੁਹਾਨੂੰ ਨਿਆਂ ਜਿਹਦਾ ਸਾਨੂੰ ਨਹੀਂ ਨਿਆਂ ਮਿਲਿਆ, ਅਸੀਂ ਤਾਂ ਪਾਤੀਆਂ, ਅਸੀਂ ਸ਼੍ਰੋਮਣੀ ਕਮੇਟੀ ਨੇ ਵੀ ਪਾਤੀ ਆ। ਹੁਣ ਉਹਨਾਂ ਨੂੰ ਅਪੀਲ ਇਹ ਕਰ ਸਕਦੇ ਹਾਂ, ਅਸੀਂ ਕੋਈ ਫੋਰਸ ਤਾਂ ਕਰ ਨਹੀਂ ਸਕਦੇ, ਇਹ ਉਹਨਾਂ ਦੀ ਆਪ ਦੀ ਮਰਜ਼ੀ ਆ, ਕਰਦੇ ਕਿ ਨਹੀਂ ਕਰਦੇ। ਪ੍ਰਧਾਨ ਜੀ ਇੱਕ ਚਿੱਠੀ ਲਿਖੀ ਗਈ ਹੈ ਕੋਈ ਹਰਿਆਣਾ ਕਮੇਟੀ ਨੂੰ, ਇਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਅੱਜ ਜ਼ਿਕਰ ਕੀਤਾ ਹੈ ਕਿ ਕੋਈ ਸਾਹਿਬ ਜਾ ਕੇ ਅਸੀਂ ਬਹਿ ਕੇ ਮਸਲਾ ਹੱਲ ਕਰੀਏ, ਤੁਹਾਡੇ ਵੱਲੋਂ ਐਸਜੀਪੀਸੀ ਵੱਲੋਂ ਕੋਈ ਇਹ ਮੈਂ ਕੋਈ ਚਿੱਠੀ ਨਹੀਂ ਲਿਖੀ, ਨਾ ਮੈਂ ਚਿੱਠੀ ਲਿਖਣੀ ਆ। ਮੈਂ ਤਾਂ ਉਹਨਾਂ ਨੂੰ ਕਿਹਾ ਵੀ ਪਹਿਲਾਂ 1 ਪ੍ਰਧਾਨ ਸੀ, 2 ਸੀ, 3 ਸੀ, ਹੁਣ 4 ਹੋ ਗਏ। ਭਈ ਇੱਥੇ ਭਰਾ ਮਾਰੂ ਜੰਗ ਤੋਂ ਬਚੀਏ। ਭਾਵੇਂ ਕੋਰਟਾਂ ਦੇ ਫੈਸਲੇ ਆ ਗਏ ਆ, ਪਰ ਅਕਾਲ ਤਖਤ ਜਿਹੜਾ ਸਭ ਤੋਂ ਸਰਵਉੱਚ ਅਦਾਲਤ ਆ ਸਾਡੀ, ਦੁਨਿਆਵੀ ਤੌਰ ਤੇ ਤੇ ਅਧਿਆਤਮਿਕ ਤੌਰ ਦੇ ਉੱਤੇ, ਉਹਨਾਂ ਦੇ ਕਰਕੇ ਇਹ ਸਾਰੀ ਕੀਤੀ ਆ। ਇੱਕ ਸਾਨੂੰ ਉਹ ਮੇਰੇ ਕੋਲੋਂ ਰਹਿ ਗਈ ਸੀ ਗੱਲ, ਸਾਡੇ ਜਿਹੜੇ ਇਹ ਸਟੇਟ ਵਾਈਜ਼ ਜਿਹੜੇ ਗੱਤਕੇ ਦੇ ਮੁਕਾਬਲੇ ਹੋਏ ਸੀ, ਜਿਹੜੇ ਪੰਜਾਬ ਸਰਕਾਰ ਨੇ ਕਰਾਏ ਸੀ, ਉਹਨਾਂ ਦੇ ਵਿੱਚ ਸਾਡੀਆਂ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਜਿਹੜਾ ਸਾਡਾ ਤਲਵੰਡੀ ਸਾਬੋ, ਉਹਦੇ ਵਿੱਚ ਜਿਹੜੇ 8 골ਡ ਮੈਡਲ ਆ ਉਹ ਸਾਡੀਆਂ ਬੱਚੀਆਂ ਨੇ ਪ੍ਰਾਪਤ ਕੀਤੇ। ਇੱਕ ਕੱਲ ਫਾਈਲ ਕਰ ਦਿੱਤੀ, ਇੱਕ ਅੱਜ ਕਰ ਦਿੱਤੀ। ਐਡਮਿਟ ਤਾਂ ਹੋਣਗੀਆਂ, ਫਾਈਲ ਕੀਤੀਆਂ। ਸਾਈ ਧਰਮਸ਼ਾਲਾ ਸਰਕਾਰ ਦੇ ਉਤਰਿਆ ਹੋਇਆ ਸਾਰੇ ਸਿੱਖ ਧਰਮ ਦੀ ਬਦਨਾਮੀ ਹੋ ਰਹੀ ਹੈ, ਉਸ ਤੇ ਕੀ ਕਹਿਣਾ ਚਾਹੋਗੇ? ਉਹਦਾ ਕੀ ਬਣਿਆ ਜੀ? ਸਮਾਂ ਦੇਣਗੇ ਤਾਂ ਜ਼ਰੂਰ ਮਿਲਾਂਗੇ, ਜੇ ਸਮਾਂ ਦੇਣਗੇ ਤਾਂ ਪ੍ਰਧਾਨ ਮੰਤਰੀ ਕੋਈ ਕਿਸੇ ਨੇ ਸਮਾਂ ਨਹੀਂ ਦਿੱਤਾ। ਤੇ ਆਓ ਗੱਲ ਕਰਦੇ ਹਾਂ ਹੁਣ ਜਲੰਧਰ ਦੀ ਖਬਰ। ਹੁਣ ਜਲੰਧਰ ਦੇ ਮਹਿਤਪੁਰ ਇਲਾਕੇ ਦੇ ਵਿੱਚੋਂ ਸਾਹਮਣੇ ਆਈ ਹੈ, ਜਿੱਥੋਂ ਦੇ ਪਿੰਡ ਮੱਧੇਪੁਰ ਦੇ ਵਿੱਚ ਰਹਿਣ ਵਾਲੀ ਪਰਮਜੀਤ ਕੌਰ ਨੂੰ ਆਪਣਾ ਦੂਜਾ ਵਿਆਹ ਕਰਾਉਣਾ ਮਹਿੰਗਾ ਪਿਆ।
ਇਸ ਵਿਆਹ ਕਰਕੇ ਨਾ ਸਿਰਫ ਉਸਨੇ ਬਲਕਿ ਉਸਦੇ ਆਪਣੇ ਬੱਚਿਆਂ ਦੇ ਨਾਲ ਆਪਣੇ ਮਾਤਾ-ਪਿਤਾ ਦੀ ਵੀ ਜਾਨ ਚਲੀ ਗਈ। ਦਰਅਸਲ ਪਰਮਜੀਤ ਕੌਰ ਨਾਮ ਦੀ ਇਹ ਮਹਿਲਾ, ਜਿਸ ਦੀ ਉਮਰ ਲਗਭਗ 28 ਸਾਲ ਸੀ, ਇੱਕ ਬੇਹੱਦ ਹੀ ਗਰੀਬ ਪਰਿਵਾਰ ਦੇ ਨਾਲ ਸੰਬੰਧਿਤ ਸੀ, ਜਿਸ ਦੇ ਪਿਤਾ ਮਜ਼ਦੂਰੀ ਦਾ ਕੰਮ ਕਰਦੇ ਸੀ। ਪਰਮਜੀਤ ਕੌਰ ਦਾ ਵਿਆਹ ਪਹਿਲੇ ਜਿੱਥੇ ਹੋਇਆ ਸੀ ਉਸ ਤੋਂ ਉਸਦੇ 2 ਬੱਚੇ ਸੀ, ਪਰ ਉਸਦੇ ਪਤੀ ਦੇ ਦੇਹਾਂਤ ਹੋਣ ਤੋਂ ਬਾਅਦ ਉਸਦੇ ਮਾਪਿਆਂ ਵੱਲੋਂ ਉਸਦਾ ਵਿਆਹ ਪਿੰਡ ਖੁਰਸੈਦਪੁਰਾ ਦੇ ਕਾਲੋ ਨਾਮ ਦੇ ਵਿਅਕਤੀ ਨਾਲ ਕਰ ਦਿੱਤਾ ਜਾਂਦਾ ਹੈ। ਪਰਮਜੀਤ ਕੌਰ ਕੁਝ ਦੇਰ ਤਾਂ ਆਪਣੇ ਪਤੀ ਦੇ ਨਾਲ ਰਹੀ, ਪਰ ਪਤੀ ਵੱਲੋਂ ਲਗਾਤਾਰ ਉਸਦੇ ਨਾਲ ਉਸਦੇ ਬੱਚਿਆਂ ਨਾਲ ਕੁੱਟਮਾਰ ਕੀਤੀ ਗਈ ਤੇ ਕਿਹਾ ਜਾਂਦਾ ਸੀ ਕਿ ਉਹ ਆਪਣੇ ਬੱਚਿਆਂ ਨੂੰ ਪੇਕੇ ਛੱਡ ਆਵੇ। ਪਰਮਜੀਤ ਕੌਰ ਵੱਲੋਂ ਇਦਾਂ ਨਾ ਕੀਤੇ ਜਾਣ ਤੋਂ ਬਾਅਦ ਕਲੇਸ਼ ਇੰਨਾ ਵੱਧ ਗਿਆ ਕਿ ਪਰਮਜੀਤ ਕੌਰ ਕੋਲ ਆਪਣੇ ਬੱਚੇ ਲੈ ਕੇ ਆਪਣੇ ਪੇਕੇ ਘਰ ਚਲੀ ਜਾਂਦੀ ਹੈ। ਇਸ ਤੋਂ ਬਾਅਦ ਉਸਦੇ ਪਤੀ ਕਾਲੋ ਵੱਲੋਂ ਲਗਾਤਾਰ ਉਸ ਤੋਂ ਦਬਾਅ ਬਣਾਇਆ ਗਿਆ ਕਿ ਉਹ ਆਪਣੇ ਬੱਚੇ ਛੱਡ ਕੇ ਉਸ ਕੋਲ ਵਾਪਸ ਆ ਜਾਏ, ਪਰ ਪਰਮਜੀਤ ਕੌਰ ਨੇ ਇਸ ਦੀ ਗੱਲ ਨਹੀਂ ਮੰਨੀ। ਜਿਸ ਤੋਂ ਬਾਅਦ ਕੱਲ ਦੇਰ ਰਾਤ ਕਾਲੋ ਆਪਣੇ ਕੁਝ ਸਾਥੀਆਂ ਦੇ ਨਾਲ ਪਰਮਜੀਤ ਕੌਰ ਦੇ ਪੇਕੇ ਘਰ ਗਿਆ, ਤੇ ਜੋ ਕਿ ਪਿੰਡ ਦੇ ਬਾਹਰਲੇ ਪਾਸੇ ਬਣਿਆ ਹੋਇਆ ਸੀ ਅਤੇ ਉਸ ਦੀ ਕੋਈ ਵੀ ਚਾਰਦੀਵਾਰੀ ਨਹੀਂ ਸੀ। ਕਾਲੋ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਹਿਲਾਂ ਤਾਂ ਸਪਰੇਅ ਰਾਹੀਂ ਪੂਰੇ ਪਰਿਵਾਰ ਤੇ ਪੈਟਰੋਲ ਸਪਰੇਅ ਕੀਤਾ ਅਤੇ ਉਸ ਤੋਂ ਬਾਅਦ ਅੱਗ ਲਾ ਦਿੱਤੀ। ਇੰਨਾ ਨਹੀਂ, ਉਸਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਘਰ ਦੇ ਬਾਹਰੋਂ ਕੁੰਡੀ ਲਾ ਦਿੱਤੀ ਤਾਂ ਕਿ ਕੋਈ ਬਾਹਰ ਵੀ ਨਾ ਨਿਕਲ ਸਕੇ। ਕੀ ਕੁਝ ਉੱਥੇ ਵਾਪਰਿਆ ਆਓ ਵੀ ਸੁਣਾ ਦੇਵੇ। ਹਾਂਜੀ, ਤੁਹਾਡਾ ਕੀ ਨਾਮ ਹੈ ਜੀ ਤੇ ਕਿਸ ਤਰ੍ਹਾਂ ਸਾਰੀ ਘਟਨਾ ਵਾਪਰੀ ਹੈ ਜੀ? ਮੇਰਾ ਨਾਮ ਜਸਵਿੰਦਰ ਕੌਰ ਹੈ। ਮੇਰੀ ਨਨਾਣ ਸੀ, ਸੱਸ ਸਹੁਰਾ ਸੀ ਤੇ ਮੇਰੇ ਨਨਾਣ ਦੇ 2 ਬੱਚੇ ਸੀਗੇ ਤੇ ਉਹਨਾਂ ਸਾਰਿਆਂ ਨੂੰ ਨੇ ਜਲਾ ਕੇ ਮਾਰ ਦਿੱਤਾ। ਹੁਣੇ ਤੁਸੀਂ ਸਾਰਾ ਦੱਸਣਾ, ਕਿੰਨੀ ਦੇਰ ਪਹਿਲਾਂ ਵਿਆਹ ਹੋਇਆ ਸੀ? 1 ਸਾਲ ਹੋ ਗਿਆ ਇਹਦੇ ਨਾਲ ਵਿਆਹ ਹੋਏ ਨੂੰ ਤੇ 2 ਮਹੀਨੇ 3 ਰਹੀ, ਫਿਰ ਕਦੇ ਚਲੇ ਜਾਂਦੀ ਸੀ, ਕਦੇ ਆ ਜਾਂਦੀ ਸੀ। ਫਿਰ ਇਹਨੂੰ ਕੋਈ ਜ਼ਬਰਦਸਤੀ ਲੈ ਜਾਂਦਾ ਸੀ, ਕਈ ਉੱਥੇ ਕੁੱਟਦਾ ਮਾਰਦਾ ਸੀ, ਕੱਪੜੇ ਪਾੜ ਦਿੰਦਾ ਸੀ, ਬੱਚਿਆਂ ਨੂੰ ਕਰੰਟ ਲਾਉਂਦਾ ਸੀ। ਫਿਰ ਕਈ ਵਾਰ ਇੱਥੋਂ ਲੈ ਗਿਆ, ਮਗਰ ਆਇਆ ਕਹਿੰਦਾ ਮੈਂ ਬੱਚੇ ਸਾਰੇ ਜਲਾ ਦੇਣੇ, ਸਾਰਾ ਪਰਿਵਾਰ ਤੁਹਾਡਾ ਸਾੜ ਦੇਣਾ। ਫਿਰ ਇਸ ਕਰਕੇ ਉਹ ਕੁੜੀ ਨਹੀਂ ਉੱਥੇ ਜਾਂਦੀ ਸੀ। ਕਹਿੰਦਾ ਉਹਦੀ ਡਿਮਾਂਡ ਕੀ ਸੀ ਕੁਲਦੀਪ ਦੀ? ਉਹਦੀ ਡਿਮਾਂਡ ਸੀ ਮੈਂ ਇਕੱਲੀ ਨੂੰ ਰੱਖਣਾ, ਬੱਚੇ ਨਹੀਂ ਰੱਖਣੇ। 3 ਮਹੀਨੇ ਪਹਿਲਾਂ ਦਿੱਤੀ ਸੀ। ਕੀ ਕਹਿ ਕੇ ਗਿਆ ਸੀ ਉਦੋਂ, ਧਮਕੀ ਦੇ ਕੇ? ਕਹਿੰਦਾ ਮੈਂ ਤੇਰਾ ਸਾਰਾ ਪਰਿਵਾਰ ਜਲਾ ਦੇਣਾ, ਸਾਰੇ ਪਰਿਵਾਰ ਨੂੰ ਸਾੜ ਦੇਣਾ। ਉਦੋਂ ਕੀ ਗੱਲਬਾਤ ਹੋਈ ਸੀ, ਕੁਝ ਪਤਾ? ਉਦੋਂ ਹਾਂ ਧੱਕੇ ਨਾਲ ਕਹਿੰਦਾ ਮੇਰੇ ਨਾਲ ਚੱਲ ਹੁਣੇ ਤੁਰ। ਕਈ ਵਾਰ ਕੁੜੀ ਜਿਹੜੀ ਛੋਟੀ ਹੈ ਸਕੂਲ ਪੜ੍ਹਦੀ ਸੀ, ਉਹਦੇ ਕਈ ਵਾਰ ਸਕੂਲ ਚਲੇਗਾ, 2-3 ਵਾਰੀ ਉਹਨੂੰ ਚੱਕਣ ਦੀ ਕੋਸ਼ਿਸ਼ ਕੀਤੀ ਜ਼ਬਰਦਸਤੀ ਉੱਥੋਂ। ਫਿਰ ਕੁੜੀ ਮਗਰ ਚਲੇ ਗਈ, ਫਿਰ ਸਾਰੇ ਇਕੱਠੇ ਹੋ ਗਏ ਤੇ ਫਿਰ ਉੱਥੋਂ ਕੁੜੀ ਨੂੰ ਲੈ ਕੇ ਆਂਦੇ ਪਰੇ ਭੱਜ ਗਿਆ। ਕਈ ਵਾਰ ਬੱਚੇ ਵੀ ਚੱਕਣ ਆਇਆ ਸੀ ਸਕੂਲੋਂ। ਬੱਚੇ ਕਿਉਂ ਚੱਕਣ ਨੂੰ ਕੋਸ਼ਿਸ਼ ਕਰ ਰਿਹਾ? ਔਰ ਇਹ ਕਹਿੰਦਾ ਹੈ ਉਹਨਾਂ ਨੂੰ ਵਾਪਸ ਦੇ ਦੇਣਾ ਜਿਨ੍ਹਾਂ ਦੇ ਬੱਚੇ ਆ, ਮੈਂ ਇਕੱਲੀ ਕੁੜੀ ਰੱਖੂਗਾ। ਇਸ ਲਈ ਮੈਰਿਜ ਹੋਈ ਨੂੰ ਕਿੰਨਾ ਚਿਰ ਹੋਇਆ ਸੀ? 1 ਸਾਲ। 1 ਸਾਲ ਹੋ ਗਿਆ। ਹਾਂਜੀ। ਤੇ ਜਿਹੜੀ ਪਰਮਜੀਤ ਸੀ, ਇਹਨੂੰ ਕਿੰਨਾ ਸਮਾਂ ਹੋ ਗਿਆ ਸੀ ਇੱਥੇ ਆਈ ਨੂੰ? ਇਹਨੂੰ 4 ਸਾਲ ਹੋ ਗਏ। 4 ਜਦੋਂ ਉਹਦਾ ਘਰ ਵਾਲਾ ਮੁੱਕਿਆ ਉਦੋਂ ਦੀ ਇੱਥੇ ਹੀ ਰਹਿ ਰਹੀ? ਹਾਂਜੀ, ਇੱਥੇ ਹੀ ਰਹਿ ਰਹੀ, ਕਿਤੇ ਨਹੀਂ। ਠੀਕ। ਹਾਂਜੀ ਸਰ ਬਿਟਲਾ ਵਾਲਾ ਕੀ ਮਾਮਲਾ ਹੈਗਾ? ਰਾਤ ਨੂੰ ਸਾਨੂੰ ਤੜਕੇ ਦੇ ਕਰੀਬ ਨਾ ਇਨਫੋਰਮੇਸ਼ਨ ਆਈ ਸੀ ਵੀ ਇੱਕ ਪਰਿਵਾਰ ਦੇ ਨੂੰ ਅੱਗ ਲਗਾਤੀ ਆ ਕਿਸੇ ਨੇ। ਉਹਦੇ ਸੰਬੰਧ ਵਿੱਚ ਸਾਡੇ ਐਸਐਚਓ ਸਾਹਿਬ ਮੌਕੇ 'ਤੇ ਗਏ, ਡੀਐਸਪੀ ਸਾਹਿਬ ਔਰ ਮੈਂ ਖੁਦ ਵੀ ਐਸਐਸਪੀ ਸਾਹਿਬ ਵੀ ਮਾਰਨਿੰਗ ਮੌਕਾ ਦੇਖ ਕੇ ਗਏ ਆ। ਔਰ ਲਖਵਿੰਦਰ ਸਿੰਘ ਜਿਹੜਾ ਕਿ ਪਰਿਵਾਰ ਦੇ ਵਿੱਚੋਂ ਉਹਨਾਂ ਦਾ ਚਾਚਾ ਲੱਗਦਾ ਲੜਕੀ ਦਾ, ਪਰਮਜੀਤ ਦਾ, ਉਹਦੀ ਸਟੇਟਮੈਂਟ 'ਤੇ ਅਸੀਂ FIR ਨੰਬਰ 132 ਦਰਜ ਕਰ ਦਿੱਤੀ ਹੈ। ਔਰ ਇਸ ਪਰਿਵਾਰ ਦੀ ਜਿਹੜਾ ਗੱਲ ਸਾਹਮਣੇ ਆਈ ਇਨਵੈਸਟੀਗੇਸ਼ਨ 'ਚ ਹੁਣ ਤੱਕ ਮੁੱਢਲੀ ਤਫਤੀਸ਼ 'ਚ, ਉਹਨਾਂ ਦਾ ਜਵਾਈ ਹੈਗਾ ਖੁਰਸ਼ੈਦਪੁਰ ਦਾ ਕੁਲਦੀਪ। ਉਹਨੇ ਆ ਕੇ ਰਾਤ ਦੇ ਸਮੇਂ ਪੰਪ ਦੇ ਉੱਤੇ ਸਪਰੇਅ ਕਰਕੇ ਆਪਣੇ ਸਾਥੀਆਂ ਦੇ ਨਾਲ, ਔਰ ਜੋ ਦੱਸ ਰਹੇ ਆ ਵੀ 2-3 ਬੰਦੇ ਹੋਰ ਵੀ ਹੈਗੇ ਸੀ ਜਿਨ੍ਹਾਂ ਦੇ ਹਾਲੇ ਨਾਂ ਨਹੀਂ ਪਤਾ, ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਆ। ਔਰ ਇਹਦੇ ਵਿੱਚ ਹੁਣ ਤੱਕ ਸੁਰਜਨ ਸਿੰਘ ਜਿਹੜਾ ਲੜਕੀ ਦਾ ਫਾਦਰ ਸੀਗਾ, ਜੋਗਿੰਦਰੋ ਬਾਈ ਜਿਹੜੀ ਕਿ ਉਹਦੀ ਮਦਰ ਸੀਗੀ, ਪਰਮਜੀਤ ਕੌਰ ਕੁਲਦੀਪ ਦੀ ਵਾਈਫ, ਔਰ ਕੁਲਦੀਪ ਦੀ ਵਾਈਫ ਦੀ ਪਰਮਜੀਤ ਦੇ 2 ਬੱਚੇ ਸੀਗੇ ਜਿਹੜੇ ਕਿ ਉਹਦੀ ਫਰਸਟ ਮੈਰਿਜ ਤੋਂ ਸੀਗੇ, ਜਿਨ੍ਹਾਂ ਦਾ ਨਾਂ ਹੈਗਾ, ਬੇਟੀ ਦਾ ਨਾਂ ਅਰਸ਼ਦੀਪ ਔਰ ਬੇਟੇ ਦਾ ਨਾਂ ਅਨਮੋਲ ਹੈਗਾ, ਜਿਨ੍ਹਾਂ ਦੀ ਉਮਰ 8 ਸਾਲ ਤੇ 5 ਸਾਲ ਹੈਗੀ ਹੈ। ਇਹ ਸਾਰਿਆਂ ਦੀ ਹੀ ਡੈਥ ਹੋ ਗਈ ਆ। ਉਹਦੇ ਸੰਬੰਧ ਵਿੱਚ ਅਸੀਂ FIR ਲੌਂਚ ਕਰ ਲਈ ਆ ਔਰ ਬਹੁਤ ਹੀ ਜਲਦੀ ਅਸੀਂ ਜਿਹੜੇ ਬੰਦੇ ਇਹਦੇ ਅਕਿਊਜ਼ ਹੈਗੇ, ਅਸੀਂ ਟੀਮਾਂ ਸਾਡੀਆਂ ਆਲਰੇਡੀ ਮੂਵ ਕੀਤੀਆਂ ਹੋਈਆਂ SHO ਸਾਹਿਬ ਐਂਡ CA ਦੀਆਂ, ਔਰ ਬਹੁਤ ਜਲਦੀ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਫਰਦਰ ਜਿਹੜੀ ਆ ਜਲਦੀ ਤੋਂ ਜਲਦੀ ਜਿਹੜਾ ਪਰਿਵਾਰ ਨੂੰ ਇਨਸਾਫ ਮਿਲੇ। ਸਰ ਕੀ ਕਾਰਨ ਲੱਗਦਾ, ਕੋਈ ਮੈਂਟਲੀ ਅਪਸੈਟ ਲੱਗ ਰਿਹਾ ਬੰਦਾ ਜਾਂ ਕਿਸ ਤਰ੍ਹਾਂ ਕੁਝ ਸਾਹਮਣੇ ਆਈ ਚੀਜ਼? ਜੋ ਹੁਣ ਤੱਕ
ਲੜਕੀ ਦਾ ਕਿਉਂਕਿ ਬਾਬਾ ਹੈਗਾ ਆ ਉਹਨਾਂ ਦਾ ਦਾਦਾ ਜਿਹੜਾ ਲੜਕੀ ਦਾ ਲੱਗਦਾ, ਜੋ ਹੁਣ ਤੱਕ ਤਾਂ ਦੱਸਿਆ ਵੀ ਜਿਹੜਾ ਲੜਕਾ ਹੈਗਾ ਥੋੜ੍ਹਾ ਜਿਹਾ ਸੈਕੀ ਟਾਈਪ ਨਹੀਂ ਹੁੰਦੇ, ਉਸ ਨੇਚਰ ਦਾ ਹੈਗਾ। ਇਹ ਗੁੱਸਾ ਬਹੁਤ ਜਲਦੀ ਕਰਦਾ, ਇਸੇ ਕਰਕੇ ਇਹ ਲੜਕੀ ਆਪਣੇ ਸਹੁਰੇ ਪਰਿਵਾਰ ਤੋਂ ਵੀ ਇਹ ਬਹੁਤ ਰਾਤ ਨੂੰ ਪਰੇਸ਼ਾਨ ਕਰਦਾ ਆ। ਉੱਥੋਂ ਗੁੱਸੇ ਹੋ ਕੇ ਆਪਣੇ ਪਿੰਡ ਬਿਠਲਾ ਆ ਗਈ ਸੀਗੀ। 1 ਸਾਲ ਪਹਿਲੇ ਵਿਆਹ ਹੋਇਆ ਸੀ, ਕਰੀਬ 2-3 ਮਹੀਨੇ ਹੀ ਉੱਥੇ ਰਹੀ ਹੈ। ਉਦੋਂ ਬਾਅਦ ਫਿਰ ਆਪਣੇ ਇਹ ਪੇਕੇ ਪਿੰਡ ਆ ਗਈ ਸੀਗੀ। ਔਰ ਸੀ ਬਾਰ-ਬਾਰ ਉਹ ਲਿਜਾਣਾ ਚਾਹੁੰਦਾ ਸੀ, ਲੜਕੀ ਜਾਂਦੀ ਨਹੀਂ ਸੀ। ਇਸੇ ਰੰਜਿਸ਼ ਕਰਕੇ ਇਹਨੇ ਇਹ ਕਦਮ ਚੁੱਕਿਆ। ਤੇ ਸਰ ਕਿੰਨਿਆਂ ਤੇ ਮਾਮਲਾ ਦਰਜ ਕੀਤਾ ਗਿਆ ਹੈ? ਫਿਲਹਾਲ ਜਿਹੜਾ ਬਾਈ ਨੇਮ ਲਿਖਾਇਆ ਉਹਨਾਂ ਨੇ ਕੁਲਦੀਪ ਦਾ ਹੀ ਲਿਖਾਇਆ ਹੈਗਾ, ਬਾਕੀ ਅਨਨੋਨ ਬੰਦੇ ਲਿਖਾਏ ਆ। ਉਹ ਇਨਵੈਸਟੀਗੇਸ਼ਨ 'ਚ ਅਸੀਂ ਟੈਕਨੀਕਲ ਟੀਮਾਂ ਵੀ ਲੱਗੀਆਂ ਹੋਈਆਂ ਸਾਡੀਆਂ, ਔਰ ਹਰ ਐਂਗਲ ਤੋਂ ਇਨਵੈਸਟੀਗੇਸ਼ਨ ਕਰ ਰਹੇ ਹਾਂ। CCTV 'ਤੇ ਵਰਕ ਕਰ ਰਹੀਆਂ ਟੀਮਾਂ, ਔਰ ਜਿੰਨੇ ਵੀ ਹੋਣਗੇ, 2 ਹੋਣ 4 ਹੋਣ, ਜਿੰਨੇ ਵੀ 5 ਹੋਣ, ਬੇਸ਼ੱਕ ਜਿੰਨੇ ਵੀ ਬੰਦੇ ਹੋਣਗੇ ਸਾਰੇ ਹੀ ਰਾਉਂਡ ਅਪ ਕਰਨਗੇ। ਸਰ ਇਹਦੇ ਵਿੱਚ ਕੋਈ ਅਰੈਸਟ ਪਈ? ਨਹੀਂ, ਹਾਲੇ ਤੱਕ ਨਹੀਂ, ਸਾਡੀਆਂ ਟੀਮਸ ਲੱਗੀਆਂ ਹੋਈਆਂ। ਠੀਕ। ਪਾਕਿਸਤਾਨ ਪੰਜਾਬ ਦੀ ਜਵਾਨੀ ਨੂੰ ਕੁਰਾਹੇ ਪਾਉਣ ਲਈ ਲਗਾਤਾਰ ਸਾਜ਼ਿਸ਼ਾਂ ਰਚ ਰਿਹਾ ਹੈ। ਪੰਜਾਬ ਦੇ ਕੇਂਦਰ ਸਰਕਾਰ ਦੀ ਸਖਤੀ ਦੇ ਬਾਵਜੂਦ ਨਸ਼ਿਆਂ ਦੀ ਤਸਕਰੀ ਨਹੀਂ ਰੁਕ ਰਹੀ। ਪਾਕਿਸਤਾਨ ਵਾਲੇ ਪਾਸਿਓਂ ਲਗਾਤਾਰ ਡਰੋਨਾਂ ਦੇ ਨਾਲ ਨਸ਼ੇ ਦੀ ਸਪਲਾਈ ਹੋ ਰਹੀ ਹੈ। ਤਾਜ਼ਾ ਮਾਮਲਾ ਵੀ ਅੰਮ੍ਰਿਤਸਰ ਦੀ BOP ਛੰਨਾ ਦਾ, ਜਿੱਥੇ ਭਾਰਤੀ ਸੀਮਾ 'ਚ ਦਾਖਲ ਹੁੰਦੇ ਡਰੋਨ ਨੂੰ BSF ਦੀ 183 ਬਟਾਲੀਅਨ ਦੇ ਜਵਾਨਾਂ ਨੇ ਫਾਇਰਿੰਗ ਤੋਂ ਬਾਅਦ ਹੇਠਾਂ ਸੁੱਟ ਲਿਆ। ਤਲਾਸ਼ੀ ਲੈਣ ਉਪਰੰਤ ਡਰੋਨ ਦੇ ਕੋਲ 2 ਕਿਲੋ 500 ਗ੍ਰਾਮ ਹੈਰੋਇਨ ਦੀ ਬਰਾਮਦਗੀ ਹੋਈ ਹੈ। ਇਹੀ ਨਹੀਂ, ਖੇਮਕਰਨ ਦੀ BOP ਬਾਰਡਰ ਤੇ ਵੀ ਡਰੋਨ ਦੇਖਿਆ ਗਿਆ। ਡਰੋਨ ਦੀ ਹਰਕਤ ਦੇਖਦਿਆਂ ਹੀ BSF ਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ ਅਤੇ ਡਰੋਨ ਵਾਪਸ ਪਾਕਿਸਤਾਨ ਵਾਲੇ ਪਾਸੇ ਮੁੜ ਗਿਆ। ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ਦੀਆਂ ਸਰਹੱਦਾਂ ਤੇ ਡਰੋਨ ਦੀਆਂ ਸਰਗਰਮੀਆਂ ਲਗਾਤਾਰ ਵੱਧ ਰਹੀਆਂ ਨੇ। ਇਹ ਗਤੀਵਿਧੀਆਂ ਪੰਜਾਬ ਦੇ ਅੰਦਰੂਨੀ ਹਾਲਾਤਾਂ ਲਈ ਕਿੰਨੀਆਂ ਕੁ ਖਤਰਨਾਕ ਨੇ, ਆਓ ਵੇਖਦੇ ਹਾਂ ਇਹ ਖਾਸ ਰਿਪੋਰਟ। ਪਾਕਿਸਤਾਨ 'ਚ ਬੈਠੇ ਨਸ਼ਾ ਤਸਕਰ ਆਪਣੀ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ। ਆਏ ਦਿਨ ਭਾਰਤੀ ਸਰਹੱਦ ਉੱਤੇ ਡਰੋਨ ਜ਼ਰੀਏ ਨਸ਼ੇ ਦੀ ਖੇਪ ਬਰਾਮਦ ਹੋ ਰਹੀ ਹੈ। ਇਹਨਾਂ ਕੁਝ ਦਿਨਾਂ ਦੇ ਵਿੱਚ BSF ਵੱਲੋਂ 3 ਡਰੋਨ ਕਾਬੂ ਕੀਤੇ ਗਏ ਨੇ ਅਤੇ ਹੁਣ ਇੱਕ ਵਾਰ ਫਿਰ ਤੋਂ ਅੰਮ੍ਰਿਤਸਰ ਦੇ BPO ਛੰਨਾ ਵਿਖੇ ਪਾਕਿਸਤਾਨੀ ਡਰੋਨ ਦੇਖਿਆ ਗਿਆ, ਜਿਸ ਨੂੰ ਦੇਖਦਿਆਂ ਹੀ BSF ਦੇ ਜਵਾਨਾਂ ਨੇ ਫਾਇਰਿੰਗ ਕੀਤੀ ਅਤੇ ਇਸ ਨੂੰ ਜ਼ਮੀਨ ਉੱਤੇ ਸੁੱਟ ਦਿੱਤਾ। ਇਸ ਡਰੋਨ ਦੇ ਨਾਲ 2.5 ਕਿਲੋ ਹੈਰੋਇਨ ਵੀ ਬਰਾਮਦ ਕੀਤੀ ਗਈ। ਘਟਨਾ ਤੋਂ ਬਾਅਦ BSF ਦੇ ਜਵਾਨਾਂ ਦੇ ਇਲਾਕਾ ਵਿੱਚ ਤਲਾਸ਼ੀ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਗਈ। ਖਦਸ਼ਾ ਵੀ ਜਤਾਇਆ ਜਾ ਰਿਹਾ ਹੈ ਕਿ ਨਵਾਂ ਚੰਦ ਨੇੜੇ ਆਉਂਦੇ ਹੀ ਪਾਕਿਸਤਾਨੀ ਤਸਕਰਾਂ ਨੇ ISI ਨਾਲ ਮਿਲ ਕੇ ਹਥਿਆਰਾਂ ਦੀ ਖੇਪ ਭਾਰਤੀ ਖੇਤਰ ਦੇ ਵਿੱਚ ਸੁੱਟ ਦਿੱਤੀ ਹੈ। ਦਰਅਸਲ ਮਿਲੀ ਜਾਣਕਾਰੀ ਦੇ ਮੁਤਾਬਿਕ BSF ਦੇ 183 ਬਟਾਲੀਅਨ ਦੇ ਜਵਾਨ ਜਦੋਂ ਬਾਰਡਰ ਆਬਜ਼ਰਵਿੰਗ ਪੋਸਟ ਕਲਾਮ ਡੋਗਰਾ ਨੇੜੇ ਗਸ਼ਤ ਕਰ ਰਹੇ ਸਨ ਤਾਂ ਉਹਨਾਂ ਨੇ ਇਸ ਦੌਰਾਨ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਦੇ ਆਉਣ ਦੀ ਆਵਾਜ਼ ਸੁਣੀ। BSF ਦੇ ਜਵਾਨਾਂ ਨੇ ਹਵਾਈ ਫਾਇਰਿੰਗ ਕਰਦੇ ਹੋਏ ਡਰੋਨ ਨੂੰ ਜ਼ਮੀਨ ਉੱਤੇ ਸੁੱਟ ਦਿੱਤਾ ਅਤੇ ਇਸ ਦੇ ਨਾਲ ਹੀ ਜੇ ਬੀਤੇ ਦਿਨ ਦੀ ਗੱਲ ਕਰ ਲਈ ਜਾਵੇ ਤਾਂ ਉਸ ਸਮੇਂ ਵੀ BSF ਨੇ ਭਾਰਤੀ ਸੀਮਾ 'ਚ ਦਾਖਲ ਹੋ ਰਹੇ ਪਾਕਿਸਤਾਨ ਡਰੋਨ ਡੇਗ ਦਿੱਤਾ ਸੀ। ਤਲਾਸ਼ੀ ਦੌਰਾਨ ਡਰੋਨ ਨਾਲ ਬੰਨੀ ਹੋਈ 2 ਕਿਲੋਗ੍ਰਾਮ ਹੈਰੋਇਨ ਦੀ ਖੇਪ ਵੀ ਬਰਾਮਦ ਕੀਤੀ ਗਈ ਹੈ। ਦਰਅਸਲ ਇਹ ਡਰੋਨ ਅੰਮ੍ਰਿਤਸਰ BOP ਰਾਣੀਆਂ ਦੇ ਇਲਾਕੇ 'ਚ ਦਾਖਲ ਹੋ ਰਿਹਾ ਸੀ। ਉਸ ਸਮੇਂ ਡਰੋਨ ਦੀ ਆਵਾਜ਼ ਸੁਣ ਕੇ BSF ਦੇ ਜਵਾਨਾਂ ਨੇ ਤਕਰੀਬਨ 32 ਰਾਉਂਡ ਫਾਇਰ ਕੀਤੇ, ਜਿਸ ਨਾਲ ਪਾਕਿਸਤਾਨੀ ਡਰੋਨ ਗੋਲੀਆਂ ਲੱਗਣ ਦੇ ਨਾਲ ਹੇਠਾਂ ਡਿੱਗ ਗਿਆ। ਪਾਕਿਸਤਾਨ ਡਰੋਨ ਦਾ ਭਾਰ 12 ਕਿਲੋਗ੍ਰਾਮ ਹੈ ਅਤੇ ਇਹ ਲਗਭਗ 10 ਕਿਲੋ ਭਾਰ ਚੁੱਕ ਸਕਦਾ ਹੈ। ਅਧਿਕਾਰੀਆਂ ਦੇ ਅਨੁਸਾਰ ਇਸ ਸਮੇਂ ਸਰਹੱਦੀ ਕੰਡਿਆਲੀ ਤਾਰ ਤੇ ਦੋਵੇਂ ਪਾਸੇ ਝੋਨੇ ਦੀ ਫਸਲ ਖੜੀ ਹੈ ਅਤੇ ਇਸ ਦੀ ਕਟਾਈ ਵੀ ਚੱਲ ਰਹੀ ਹੈ। ਖੇਤਾਂ 'ਚ ਖੜੀ ਫਸਲ ਦੀ ਆੜ ਦੇ ਵਿੱਚ ਪਾਕਿਸਤਾਨੀ ਸਮਗਲਰ ਆਪਣੀ ਗਤੀਵਿਧੀਆਂ ਤੇਜ਼ ਕਰ ਰਹੇ ਨੇ। ਇਸ ਡਰੋਨ ਦੇ ਕਾਬੂ ਆਉਣ ਤੋਂ ਬਾਅਦ BSF ਦੇ ਅਧਿਕਾਰੀ ਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਤੇ ਥਾਣਾ ਅਜਨਾਲਾ ਦੀ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਤਲਾਸ਼ੀ ਮੁਹਿੰਮ ਨੂੰ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਖੇਮਕਰਨ ਦੇ BOP ਕਰਲਸ ਬਾਰਡਰ ਤੇ ਫਿਰ ਤੋਂ ਡਰੋਨ ਦੇਖਿਆ ਗਿਆ ਸੀ ਅਤੇ BSF ਦੀ 103 ਬਟਾਲੀਅਨ ਅਮਰਕੋਟ ਨੇ 10 ਡਰੋਨ ਫਾਇਰ ਕੀਤੇ ਸਨ।
ਉੱਥੇ ਇਸ ਨੂੰ ਲੈ ਕੇ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਸੀ, ਜਿੱਥੇ BSF ਦੀ 103 ਬਟਾਲੀਅਨ ਅਮਰਕੋਟ ਨੇ ਬੀਤੀ ਦੇਰ ਰਾਤ BOP ਕਰਲਸ ਬਾਰਡਰ ਦੇ ਡਰੋਨ ਦੀ ਹਰਕਤ ਵਿਖਾਈ ਦਿੱਤੀ, ਜਿਸ ਤੋਂ ਬਾਅਦ BSF ਦੀ 103 ਬਟਾਲੀਅਨ ਦੇ ਜਵਾਨਾਂ ਨੇ ਤੁਰੰਤ ਹਰਕਤ ਦੇ ਵਿੱਚ ਆ ਕੇ ਡਰੋਨ ਦੇ 10 ਰਾਉਂਡ ਫਾਇਰ ਕੀਤੇ, ਜਿਸ ਤੋਂ ਬਾਅਦ ਇਹ ਡਰੋਨ ਫਿਰ ਤੋਂ ਪਾਕਿਸਤਾਨ ਵਾਲੀ ਸਾਈਡ ਨੂੰ ਮੁੜ ਗਿਆ। ਫਿਲਹਾਲ BSF ਦੇ ਜਵਾਨਾਂ ਵੱਲੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਬਿਊਰੋ ਰਿਪੋਰਟ। ਸੋ ਇਹ ਸੀ ਅੱਜ ਦਾ ਪ੍ਰਾਈਮ ਟਾਈਮ। ਕੱਲ ਫਿਰ ਮਿਲਾਂਗੇ ਇਸੇ ਟਾਈਮ। ਤਦ ਤੱਕ ਦੋ ਮੈਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ।